प्रभु जी तू मेरो सुख दाता, बंधन काट करे मन निर्मल, पूरण पुरख विदाता। नानक प्रभ अविनाशी, ताकि सेवन विरथी जासी। आनंद करे तेरे दासा, जप पूरण होई आसा, जप पूरण होई आसा। परम सत्कार जो गुरु स्वरूप गुरु साध संगत जीओ, वाहिगुरु जी का खालसा वाहिगुरु जी की फतेह। धन धन गुरु अर्जन देव महाराज सच्चे पातशाह जी अपने उत्ते किरपा कर रहे हैं। राग आसा दे विच अंग 390 दे उत्ते परमेश्वर जी आपां नूं इह जिंदगी दे विच जो जो जिन्हां चीज़ां तो असीं बेखबरे होंदे जा रहे हैं उन्हां दा ही ज्ञान दिंदे ने। आओ जो निरंकार अकाल पुरख वाहिगुरु जी आपां नूं हर वस सचेत करते हैं, उस बाणी दे राही निरंकार अकाल पुरख दा उसकी उस्तत वड्याई करिए, जिहदे राही सानू परमेश्वर जी सचेत करते हैं। भाई इस संसार दे उत्ते तू की करन वास्ते आया होया है ते की कर रहा है। आसा महला पंजवा, अन दिन मूसा लाज टुकाई, गिरत कूप महकाहे मिठाई। अन दिन दा मतलब हुंदा दिन रात हर रोज, जाने के मूसा मूसा कहंदे ने चूहे नूं, लाज लज नूं कहंदे ने। पुराने समय दे विच आप जी ने देखिया होएगा जदों खूहां दे विचों पानी कढिया जांदा हुंदा सी, उस ਵੇਲੇ ਪਹਿਲਾਂ ਭਾਈ ਲੱਜ ਭਰਾਈ ਜਾਂਦੀ ਹੁੰਦੀ ਸੀ, ਬਾਲਟੀ ਬੰਨੀ ਜਾਂਦੀ ਹੁੰਦੀ ਸੀ, ਜਾਂ ਮਸ਼ਕ ਬੰਨੀ ਜਾਂਦੀ ਹੁੰਦੀ ਸੀ, ਜਾਂ ਕੋਈ ਹੋਰ ਸਾਧਨ ਬੰਨ ਕੇ ਉਸ ਲੱਜ ਦੇ ਨਾਲ ਖੂਹ ਦੇ ਵਿੱਚ ਭਰਾਇਆ ਜਾਂਦਾ ਸੀ ਪਾਣੀ ਕੱਢਣ ਵਾਸਤੇ। ਟੁਕਾਈ ਟੁਕੀ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਸੰਸਾਰ ਦੇ ਜੀਵ ਅਨ ਦਿਨ ਦਿਨ ਰਾਤੀ ਇਹ ਜਿਹੜਾ ਮੌਤ ਦਾ ਚੂਹਾ ਹੈ, ਇਹ ਤੇਰੀ ਲਾਜ ਤੇਰੀ ਲੱਜ ਜਿਹੜੀ ਤੇਰੀ ਜੀਵਨ ਨੂੰ ਕੱਟੀ ਜਾ ਰਿਹਾ, ਖਤਮ ਕਰੀ ਜਾ ਰਿਹਾ ਹੈ। ਹਰ ਰੋਜ਼ ਦਿਨ ਰਾਤ ਤੇਰਾ ਜੀਵਨ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਇਸ ਦੇ ਰੂਪ ਦੇ ਵਿੱਚ ਇਹ ਕਹਿੰਦੇ ਨੇ, ਨਾਲ ਕਹਿੰਦੇ ਨੇ ਗਿਰਤ ਕੂਪ ਮੈਂ ਖਾਏ ਮਠਾਈ, ਪਰ ਤੂੰ ਕਹਿੰਦੇ ਪਰਮੇਸ਼ਰ ਨੂੰ ਭੁੱਲ ਕੇ ਗਿਰਤ ਖੂਹ ਦੇ ਵਿੱਚ ਤੂੰ ਜਿਹੜਾ ਬਹੁਤ ਗਿਰਿਆ ਹੋਇਆ ਗਿਆ ਹੈ, ਤੂੰ ਜੜ ਕੇ ਡਿੱਗਿਆ ਹੋਇਆ ਖੂਹ ਦੇ ਵਿੱਚ, ਮੋਹ ਮਾਇਆ ਦੇ ਖੂਹ ਦੇ ਵਿੱਚ ਤੂੰ ਡਿੱਗਿਆ ਹੋਇਆ ਹੈ। ਪਰਮੇਸ਼ਰ ਨੂੰ ਤੂੰ ਭੁੱਲ ਚੁੱਕਿਆ ਹੋਇਆ ਹੈ, ਜਿਸ ਨੇ ਤੈਨੂੰ ਸੋਹਣਾ ਜੀਵਨ ਦਿੱਤਾ, ਪਰ ਤੂੰ ਹਰ ਵੇਲੇ ਉਹ ਪਦਾਰਥਾਂ ਦੇ ਨਾਲ ਜੁੜਿਆ ਹੋਇਆ ਜਿਹੜੇ ਪਦਾਰਥ ਤੈਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੇ ਨੇ। ਉਹਨਾਂ ਨੂੰ ਬੜੇ ਮਿੱਠੇ ਮਿੱਠੇ ਕਰਕੇ ਤੂੰ ਖਾ ਰਿਹਾ ਹੈ, ਮਾਣ ਰਿਹਾ ਹੈ। सोचित साचित रैन बिहानी, अनेक रंग माया के चितवत, कब हूं ना सिमरै सारंग पानी। ਸੋਚਦਿਆਂ ਤੇਰੀ ਆਰਜਾ ਘਟ ਰਹੀ ਹੈ, ਤੂੰ ਹਰ ਦਿਨ ਰਾਤ ਸੋਚੀ ਹੀ ਜਾਂਦਾ ਹੈ। ਇਹ ਜਿਹੜੀ ਮਾਇਆ ਦੇ ਪਦਾਰਥ ਹੈ, ਇਹਨਾਂ ਨੂੰ ਕਿਸ ਰੂਪੀ ਦੇ ਵਿੱਚ ਮੈਂ ਜ਼ਿਆਦਾ ਇਕੱਠੇ ਕਰ ਲਵਾਂ, ਇਕੱਠੇ ਹੀ ਕਰੀ ਜਾਵਾਂ, ਔਰ ਮੇਰੇ ਕੋਲ ਸਭ ਤੋਂ ਜ਼ਿਆਦਾ ਇਹ ਪਦਾਰਥ ਹੋ ਜਾਵਣ। ਇਦੋਂ ਤੂੰ ਸੋਚ ਕੇ ਤੇਰੀ ਜਿਹੜੀ ਅਵਸਥਾ ਰੂਪੀ ਰਾਤ ਹੈ ਉਹ ਭਾਈ ਬੀਤਦੀ ਜਾ ਰਹੀ ਹੈ। ਕਹਿੰਦੇ ਸੋਚਤ ਸਾਚਤ ਰਹਿਣ ਵਿਹਾਣੀ ਰਹਿਣ, ਰਾਤ ਤੇਰੀ ਬੀਤਦੀ ਜਾ ਰਹੀ, ਜਾਣੀ ਕਿ ਉਮਰਾਂ ਤੇਰੀ ਖਤਮ ਹੁੰਦੀ ਜਾ ਰਹੀ ਹੈ। ਅਨਕ ਰੰਗ ਮਾਇਆ ਕੇ ਚਿਤਵਤ, ਕਬੂ ਨਾ ਸਿਮਰੈ ਸਾਰੰਗ ਪਾਣੀ। ਮਾਇਆ ਦੇ ਅਨੇਕਾਂ ਰੰਗਾਂ ਨੂੰ ਤੂੰ ਤੇਰਾ ਚਿੱਤ ਇਕੱਠੇ ਕਰਨ ਵਾਸਤੇ ਤਿਆਰ ਹੁੰਦਾ। ਸੋਹਣੇ ਮਕਾਨ, ਸੋਹਣੀਆਂ ਗੱਡੀਆਂ, ਸੋਹਣੇ ਘਰ-ਬਾਰ ਉਸਤਤ ਹੋਵੇ ਸੰਸਾਰ ਦੇ ਵਿੱਚ, ਔਰ ਮਾਇਆ ਦੇ ਢੇਰ ਵੀ ਲੱਗੇ ਹੋਣ, पर इस तरह सोच के तेरी आरजा भाई घटती जा रही है, पर तू फिर भी आरजा घटन का तेनों ज्ञान कोई नहीं, पर फिर भी तू वो जिस अकाल पुरख जिहड़ा ये माया का खसम है, जिसने तेनों हर वस्तु संसार के उत्ते दिती हुई है, वो परमात्मा नूं कदी भी तू याद नहीं करता, ओदा कदी भी तू शुकराना नहीं करता। रहाओ धर्म की छाया निहचल ग्रह बांधिया,
काल कै फांस सख्त सर सांध्या। ਵਿਸਰਾਮ ਲਾ ਕੇ ਰਹਾਓ ਹੁੰਦਾ ਵਿਸਰਾਮ ਲਾ ਕੇ ਪਰਮੇਸ਼ਰ ਜੀ ਕਹਿ ਦਇਆ ਕਰ ਕਿਰਪਾ ਕਰਦੇ ਨੇ। ਕਹਿੰਦੇ ਧਰਮ ਕੀ ਛਾਇਆ ਨਚਲ ਗਿਰੈ ਬਾਂਧਿਆ। ਧਰਮ ਕਹਿੰਦੇ ਨੇ ਭਾਈ ਰੁੱਖ। ਜਿਸ ਤਰ੍ਹਾਂ ਜਿਹੜੀ ਰੁੱਖ ਦੀ ਛਾਂ ਹੈ, ਕਈ ਜੀਵ ਭੁਲੇਖਾ ਇਹ ਪਾ ਲੈਂਦੇ ਨੇ ਵੀ ਇਹ ਸਦਾ ਹੀ ਰਹਿਣੀ ਹੈ, ਪਰ ਉਹ ਇਦੂ ਚੀਜ਼ ਦਾ ਗਿਆਨ ਨਹੀਂ ਰੱਖਦੇ। ਜਿੱਦਾਂ ਜਿੱਦਾਂ ਸੂਰਜ ਦੀ ਟਿੱਕੀ ਢਲਦੀ ਜਾ ਰਹੀ ਹੈ, ਇਹ ਛਾਂ ਵੀ ਉਸੇ ਤਰ੍ਹਾਂ ਹੀ ਖਤਮ ਹੋ ਜਾ ਰਹੀ ਹੈ। ਇਸੇ ਹੀ ਤਰ੍ਹਾਂ ਜਿੱਦਾਂ ਜਿੱਦਾਂ ਭਾਈ ਇਹ ਦਿਨ ਇਹ ਸਮਾਂ ਬਤੀਤ ਹੁੰਦਾ ਜਾ ਰਿਹਾ, ਤੇਰੀ ਆਰਜਾ ਘਟਦੀ ਜਾ ਰਹੀ ਹੈ। ਤੇ ਕਹਿੰਦੇ ਗ੍ਰਹਿ ਬਾਂਧਿਆ, ਜਿਹੜਾ ਤੂੰ ਇਸ ਸੰਸਾਰ ਦੇ ਉੱਤੇ ਘਰ-ਬਾਰ ਬਣਾ ਕੇ ਬੈਠਾ ਹੈ, ਜਾਂ ਇਹ ਸੰਸਾਰ ਨੂੰ ਇਹ ਤੂੰ ਆਪਣਾ ਪੱਕਾ ਘਰ ਜਾਣ ਕੇ ਬੈਠਾ ਹੋਇਆ ਹੈ। ਕਹਿੰਦੇ ਕਾਲ ਕੇ ਫਾਸ ਸਖਤ ਸੰਧਿਆ। ਕਹਿੰਦੇ ਮਾਇਆ ਦੇ ਵਿੱਚ ਫਸਣ ਦੇ ਕਾਰਨ ਕਰਕੇ ਪਰਮੇਸ਼ਰ ਨੂੰ ਤੂੰ ਭੁੱਲ ਚੁੱਕਿਆ, ਉਸ ਦੀ ਤੂੰ ਬੰਦਗੀ ਕਰ ਨਹੀਂ ਰਿਹਾ ਹੈ। ਇਹ ਜਿਹੜਾ ਅੰਤ ਨੂੰ ਮੌਤ ਨੇ ਆਣ ਕੇ ਤੇਰੇ ਕਾਲ ਨੇ ਜਿਹੜੇ ਤੀਰ ਖਿੱਚ ਕੇ ਮਾਰਨੇ ਹਨ, ਉਹ ਤਾਂ ਉਹ ਮਾਰਦੇ ਵੀ ਹਨ। ਬਾਲੂ ਕਨਾਰਾ ਤਰੰਗ ਮੁਖ ਆਇਆ, ਸੋ ਥਾਨ ਮੂੜ ਨਿਹਚਲ ਕਰ ਪਾਇਆ। ਬਾਲੂ ਕਹਿੰਦੇ ਨੇ ਰੇਤ ਦੀ ਕੰਧ ਨੂੰ, ਰੇਤ ਨੂੰ ਬਾਲੂ, ਰੇਤ ਨੂੰ ਕਹਿੰਦੇ ਨੇ ਤਰੰਗ। ਕਹਿੰਦੇ ਦੇਖ ਇਸ ਸੰਸਾਰ ਦੇ ਉੱਤੇ ਇਸ ਤਰ੍ਹਾਂ ਤੂੰ ਆਪਣਾ ਜੀਵਨ ਬਤੀਤ ਕਰ ਰਿਹਾ, ਇਸ ਸੰਸਾਰ ਨੂੰ ਪੱਕਾ ਘਰ ਸਮਝ ਕੇ ਤੂੰ ਇਹਦੇ ਵਿੱਚ ਬੜਾ ਕੁਝ ਤਿਆਰ ਕਰੀ ਜਾਣਾ। ਇਹ ਤਾਂ ਕਹਿੰਦੇ ਜਿੱਦਾਂ ਇਸ ਤਰ੍ਹਾਂ ਹੈ ਜਿੱਦਾਂ ਸਮੁੰਦਰ ਦੇ ਕਿਨਾਰੇ ਦੇ ਉੱਤੇ ਰੇਤੀ ਦੀ ਕੰਧ ਕੋਈ ਬਣਾ ਕੇ ਕਹੇ ਕਿ ਛਲ ਤਰੰਗ ਜਿਹੜੀ ਹੈ ਜਦੋਂ ਆਉਣੀ ਹੈ, ਉਹ ਉਸਨੇ ਇਹਦਾ ਕੁਛ ਨਹੀਂ ਵਿਗਾੜਨਾ ਸਗਾ, ਇਹਨੇ ਤਰੰਗ ਨੂੰ ਰੋਕ ਲੈਣਾ, ਜਿਹੜਾ ਕਿ ਝੂਠ ਹੈ। ਕਹਿੰਦੇ ਜਿਸ ਨੇ ਇਸ ਤਰੰਗ ਨੇ, ਇਸ ਲਹਿਰ ਨੇ ਚੜ ਕੇ ਆਉਣਾ ਭਾਈ, ਉਹਨੇ ਇਹ ਕੰਧ ਨੂੰ ਢਾ ਦੇਣਾ। ਤੇਰਾ ਜਿਹੜਾ ਕੱਚਾ ਸਰੀਰ ਹੈ ਭਾਈ, ਜਿੱਦਣ ਮੌਤ ਦੇ ਫਰਿਸ਼ਤੇ ਨੇ ਆ ਜਾਣਾ, ਉਸਨੇ ਨਾ ਕਿਸੇ ਨੂੰ ਪੁੱਛਣਾ ਤੱਕ ਨਹੀਂ, ਉਦਣ ਇਹ ਜਿਹੜਾ ਤੇਰਾ ਸਭ ਕੁਝ ਹੈ ਇੱਥੇ ਹੀ ਰਹਿ ਜਾਣਾ, ਤੈਨੂੰ ਬਿਨ ਪੁੱਛਿਆ ਹੀ ਉਸਨੇ ਲੈ ਕੇ ਚਲੇ ਜਾਣਾ ਹੈ। ਕਹਿੰਦੇ ਬਾਲੂ ਕਾ ਨਾਰਾ ਤਰੰਗ ਮੁਖ ਆਇਆ, ਫਿਰ ਕੀ ਸੋ ਥਾਨ ਮੂੜ ਨਹਿ ਚਲ ਕਰ ਪਾਇਆ। ਪਰ ਕਹਿੰਦੇ ਹੋਇਆ ਕਿ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਜੀਵ ਨੇ ਇਸ ਕੱਚੀ ਕੰਧ ਨੂੰ ਪੱਕਾ ਸਮਝ ਕੇ ਮੂਰਖਤਾ ਦਿਖਾਈ ਆਪਣੀ। ਕਹਿੰਦੇ ਇਸ ਕਰਕੇ ਮੂੜ ਕਹਿੰਦੇ ਨੇ ਮੂਰਖ ਨੂੰ, ਕਹਿੰਦੇ ਨੇ ਮੂਰਖਤਾ ਦਿਖਾਈ। ਪਰ ਇਹ ਮੂਰਖ ਨੂੰ ਇਹ ਪਤਾ ਨਹੀਂ, ਜਿਸ ਦਿਨ ਉਹ ਮੌਤ ਦਾ ਫਰਿਸ਼ਤੇ ਨੇ ਆਣਾ, ਉਦਣ ਉਸ ਨੇ ਸਭ ਕੁਝ ਢਾਹ ਢੇਰੀ ਕਰਕੇ ਬਿਨ ਪੁੱਛਿਆ ਹੀ ਤੈਨੂੰ ਲੈ ਕੇ ਚਲੇ ਜਾਣਾ। ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀਵੈ ਹਰ ਗੁਣ ਗਾਏ। ਜਿਸ ਤਰ੍ਹਾਂ ਇਹ ਸ਼ਬਦ ਹੈ ਭਾਈ, ਇਹ ਸ਼ਬਦ ਦੇ ਵਿੱਚੋਂ ਜਿਹੜਾ ਗਿਆਨ ਆਪਾਂ ਨੂੰ ਹਾਸਲ ਹੁੰਦਾ, ਜਿਨ੍ਹਾਂ ਨੇ ਇਸ ਗਿਆਨ ਦੇ ਧਾਰਨੀ ਹੋ ਗਏ, ਉਹਨਾਂ ਨੂੰ ਇਦੋਂ ਚੀਜ਼ ਦਾ ਪਤਾ ਲੱਗ ਗਿਆ ਕਿ ਮੈਂ 4 ਦਿਨ ਦਾ ਪਹਿਰਾਉਣਾ ਹਾਂ ਇਸ ਸੰਸਾਰ ਦੇ ਉੱਤੇ, ਇੱਕ ਦਿਨ ਮੈਂ ਵੀ ਤੁਰ ਕੇ ਚਲੇ ਜਾਣਾ ਹੈ। ਜਦੋਂ ਮੈਂ ਇੱਥੋਂ ਚਲੇ ਜਾਣਾ, ਕਿਸੇ ਵੀ ਵਸਤੂ ਨੇ ਮੇਰਾ ਸਾਥ ਨਹੀਂ ਦੇਣਾ, ਕਿਸੇ ਵੀ ਵਸਤੂ ਨੇ ਜਾਂ ਕਿਸੇ ਮੇਰੇ ਰਿਸ਼ਤੇਦਾਰ ਸਾਕ ਸੰਬੰਧੀ ਧੀਆਂ ਪੁੱਤਰਾਂ ਨੇ ਕਿਸੇ ਨੇ ਵੀ ਮੇਰਾ ਸਾਥ ਨਹੀਂ ਜਾਣਾ। ਉਹ ਫੇਰ ਕੀ ਕਰਦਾ? ਉਹ ਜੀਵ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਣ ਕੇ ਆਖਦਾ, ਸਤਿਗੁਰ ਸੱਚੇ ਪਾਤਸ਼ਾਹ ਜੀ, ਇਹ ਜਿਹੜੀ ਤੱਤ ਨੇ, ਇਹ ਜਿਹੜੇ ਦੈਂਤ ਨੇ, ਇਹ ਵਿਕਾਰ ਨੇ, ਇਹਨਾਂ ਦੇ ਕੋਲੋਂ ਮੈਨੂੰ ਬਚਾ ਲਵੋ। ਤੇ ਫਿਰ ਸਤਿਗੁਰ ਦੀ ਕਿਰਪਾ ਦੇ ਨਾਲ ਉਹਨੂੰ ਸਤ ਸੰਗਤ ਨਸੀਬ ਹੋ ਜਾਂਦੀ। ਗੁਰੂ ਘਰਾਂ ਦੇ ਵਿੱਚ ਜਾਂ ਜਿਹੜੇ ਸਥਾਨਾਂ ਦੇ ਉੱਤੇ ਸਤਿਗੁਰ ਦੇ ਪਿਆਰੇ ਜਿਹੜੇ ਨੇ ਮਹਾਤਮਾ ਜਨ ਨੇ, ਉਹ ਫੇਰ ਕੀਰਤਨ ਭਜਨ ਦੇ ਸਮਾਗਮ ਲਾਉਂਦੇ ਨੇ, ਸਿਮਰਨ ਦੇ ਸਮਾਗਮ ਲਾਉਂਦੇ ਨੇ ਭਾਈ, ਫਿਰ ਉਹ ਸੰਗਤ ਨਸੀਬ ਹੋ ਜਾਂਦੀ। ਫਿਰ ਇਹ ਜੀਵ ਸਤ ਸੰਗਤ ਦੇ ਵਿੱਚ ਬੈਠ ਕੇ ਉਹ ਪਰਮੇਸ਼ਰ ਦੇ ਗੁਣ ਗਾਉਣ ਲੱਗ ਪੈਂਦਾ। ਜਿਹੜਾ ਜੀਵ ਪਰਮੇਸ਼ਰ ਦੇ ਗੁਣ ਗਾਉਣ ਲੱਗ ਪੈਂਦਾ, ਨਿਰੰਕਾਰ ਜੀ ਕਹਿੰਦੇ ਨਾਨਕ ਜੀਵੇ ਹਰ ਗੁਣ ਗਾਏ। ਉਹ ਪਰਮੇਸ਼ਰ ਦੇ ਗੁਣ ਗਾਉਂਦਾ ਇਹਨਾਂ ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਸਹੀ ਸਰੂਪ ਦੇ ਵਿੱਚ ਇਸ ਸੰਸਾਰ ਦੇ ਉੱਤੇ ਜੀਣਾ ਸਿੱਖ ਲੈਂਦਾ। ਆਸਾ ਮਹਿਲਾ ਪੰਜਵਾਂ, ਦੋ ਤੁਕੇ ਨੌਵਾਂ, उनके संग तू करती केल, उनके संग हम तुम संग मेल। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੋ ਤੁਕੇ, ਦੋ ਦਾ ਦੋ ਮਤਲਬ ਦੋ ਪੰਕਤੀਆਂ ਵਾਲੇ ਸ਼ਬਦ ਤੇ ਨੌਵੇਂ ਘਰ ਦੇ ਵਿੱਚ ਗਾਉਣ ਦਾ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਕਹਿੰਦੇ ਇਸ ਤਰ੍ਹਾਂ ਇਹ ਜਦੋਂ ਸ਼ਬਦ ਨੂੰ ਤੁਸੀਂ ਸਾਰੇ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਸੋਚੋਗੇ, ਵਿਚਾਰੋਗੇ, ਇਸ ਤਰ੍ਹਾਂ ਅਨੁਭਵ ਹੁੰਦਾ ਹੈ ਕਿ ਇੱਕ ਵਾਰ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਦੇ ਨਾਲ ਬਾਹਰ ਤੁਰ ਜਾ ਰਹੇ ਨੇ।
ਬਾਹਰ ਤੁਰੇ ਜਾਂਦੇ ਕੀ ਦੇਖਦੇ ਨੇ ਕਿ ਇੱਕ ਜਗ੍ਹਾ ਦੇ ਉੱਤੇ ਇੱਕ ਲਾਸ਼ ਲਵਾਰਸ ਪਈ ਹੈ। ਲਵਾਰਸ ਦਾ ਮਤਲਬ ਜਿਹਦਾ ਕੋਈ ਵੀ ਬੇਲੀ ਨਹੀਂ, ਜਿਹਦਾ ਕੋਈ ਵੀ ਰਾਖਾ ਨਹੀਂ, ਉਹ ਲਾਸ਼ ਉੱਥੇ ਮਿੱਟੀ ਦੇ ਵਿੱਚ ਰੁਲਦੀ ਹੈ। ਇਹ ਤੁਸੀਂ ਹੁਣ ਦੇ ਸਮੇਂ ਦੇ ਵਿੱਚ ਵੀ ਦੇਖਿਆ, ਕਰੋਨਾ ਦੇ ਸਮੇਂ ਦੇ ਉੱਤੇ ਕਿੰਨੀਆਂ ਇਹ ਜਿਹੜੀਆਂ ਲਵਾਰਸ ਲਾਸ਼ਾਂ ਭਾਈ ਪਾਣੀ ਦੇ ਵਿੱਚ, ਗੰਗਾ ਦੇ ਵਿੱਚ, ਜਮਨਾ ਦੇ ਵਿੱਚ, ਹੋਰ ਅਨੇਕਾਂ ਜਗ੍ਹਾ ਦੇ ਉੱਤੋਂ ਦੀ ਲਵਾਰਸ ਲਾਸ਼ਾਂ ਅਜੇ ਵੀ ਮਿਲੀਆਂ। ਫਿਰ ਜਾਣੀ ਕਿ ਉਹਨਾਂ ਦਾ ਜਿਹਨੂੰ ਮਿਲ ਜਾਂਦੀ ਉਹ ਜਿਸ ਰੂਪ ਦੇ ਵਿੱਚ ਹੁੰਦਾ ਹੈ ਉਹਦਾ ਸੰਸਕਾਰ ਕਰ ਦਿੰਦਾ। ਪਰ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਇਹ ਲਾਸ਼ ਨੂੰ ਦੇਖਦੇ ਨੇ, ਮਿੱਟੀ ਦੀ ਢੇਰੀ ਨੂੰ ਦੇਖਦੇ ਨੇ, ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਖੌਲ ਖੜ ਕੇ ਗੁਰੂ ਕੀ ਸੰਗਤ ਨੂੰ ਇੱਕ ਵਿਰਾਗਮਈ ਉਪਦੇਸ਼ ਦਿੰਦੇ ਹਨ। ਕਹਿੰਦੇ ਉਨਕੇ ਸੰਗ, ਇਹ ਜਿਹੜੀ ਮਿੱਟੀ ਦੀ ਢੇਰੀ, ਇਹ ਸਰੀਰ ਕਾਇਆ ਜੋ ਤੂੰ ਹੈ, ਕਹਿੰਦੇ ਉਹਦੇ ਸੰਗ, ਉਹ ਪਰਮੇਸ਼ਰ ਵੱਲੋਂ ਜੋ ਆਤਮਾ ਤੇਰੇ ਅੰਦਰ ਪਈ ਹੋਈ ਸੀ, ਉਹ ਪਰਮਾਤਮਾ ਦੇ ਵੱਲੋਂ ਜੋ ਬਖਸ਼ਿਸ਼ ਕੀਤੀ ਹੋਈ ਆਤਮਾ ਜਿਹੜੀ ਆ ਸਾਡੇ ਸਰੀਰ ਨੂੰ ਚਰਾ ਲਈ ਆ, ਸੋਚਣ ਦੀ ਸ਼ਕਤੀ, ਖਾਣ ਦੀ ਸ਼ਕਤੀ, ਤੁਰਨ ਫਿਰਨ ਦੀ ਸ਼ਕਤੀ, ਇਹ ਸਾਰੀਆਂ ਸ਼ਕਤਾਂ ਉਹਦੇ ਕੋਲੋਂ ਮਿਲਦੀਆਂ ਨੇ। ਔਰ ਆਤਮਾ ਪਰਮਾਤਮਾ ਦੀ ਅੰਸ਼ ਵੰਸ਼, ਨਾ ਆਤਮਾ ਕਦੀ ਮਰਦੀ ਪਾਏ ਤੇ ਨਾ ਕਦੀ ਆਤਮਾ ਜਿਉਂਦੀ ਹੈ। ਇਹਦੇ ਵਿੱਚ ਇਹ ਵਚਨ ਆ ਜਾਵੇਗਾ। ਸਤਿਗੁਰ ਕਹਿੰਦੇ ਨੇ ਉਸ ਲਾਸ਼ ਵੱਲ ਨੂੰ ਦੇਖ ਕੇ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਦੇਖੋ ਜੀਵ ਆਤਮਾ ਜਿੰਨਾ ਚਿਕਰ ਇਹਦੇ ਅੰਦਰ ਸੀ ਉਹਨਾਂ ਚਿਕਰ ਇਹ ਬੜੀਆਂ ਕੇਲ ਕਹਿੰਦੇ ਨੇ ਖੁਸ਼ੀਆਂ ਨੂੰ, ਇਹ ਬੜੀਆਂ ਖੁਸ਼ੀਆਂ ਆਨੰਦ ਮਾਣ ਰਹੀ ਸੀ ਉਸ ਵੇਲੇ। ਕਹਿੰਦੇ ਉਨਕੇ ਸੰਗ ਹਮ ਤੁਮ ਸੰਗ ਮੇਲ, ਪਰ ਕਹਿੰਦੇ ਜਿੰਨਾ ਚਿਕਰ ਇਹਨਾਂ ਦੋਨਾਂ ਦਾ ਆਪਸ ਵਿੱਚ ਮਿਲਾਪ ਸੀ ਨਾ, ਤੇ ਉਸ ਕਾਰਨ ਕਰਕੇ ਇਹ ਸੰਸਾਰ ਦੇ ਉੱਤੇ ਤੇਰਾ ਸਾਰਿਆਂ ਦੇ ਨਾਲ ਤੇ ਸਾਰਿਆਂ ਦਾ ਤੇਰੇ ਨਾਲ ਮੇਲ ਮਿਲਾਪ ਬਣਿਆ ਹੋਇਆ ਸੀ। ਇਹ ਮੈਂ ਅੱਗੇ ਵੀ ਬੇਨਤੀ ਆਪ ਜੀ ਦੇ ਕੋਲ ਕੀਤੀ ਸੀ, ਸਰੀਰ ਕਰਕੇ ਹੀ ਆਤਮਾ ਹੈ ਤੇ ਆਤਮਾ ਕਰਕੇ ਹੀ ਸਰੀਰ ਹੈ। ਜਿੰਨਾ ਚਿਕਰ ਇਹ ਦੋਨਾਂ ਦਾ ਸੰਬੰਧ ਇਕੱਠਾ ਹੈ, ਇਹ ਦੋਨੋਂ ਇਕੱਠੇ ਨੇ, ਉਦੋਂ ਇਹ ਸੰਸਾਰ ਦੇ ਉੱਤੇ ਹਰ ਵਸਤੂ, ਹਰ ਕਾਰਜ ਇਹ ਸਰੀਰ ਕਰ ਲੈਂਦਾ, ਮਿੱਟੀ ਦੀ ਢੇਰੀ ਜਿਹੜੀ ਕਰ ਲੈਂਦੀ ਹੈ। ਜਿੱਦਣ ਉਸ ਆਤਮਾ ਨੇ ਨਿਕਲ ਜਾਣਾ ਇਹਦੇ ਵਿੱਚੋਂ, ਇਹ ਢੇਰੀ ਇਹ ਤਾਂ ਫਿਰ ਮੁਰਦਿਆਂ ਦੇ ਵਿੱਚ ਪਈ ਹੋਏਗੀ। ਲੋਕ ਇਹਨੂੰ ਭੂਤ ਕਰ ਕਰਕੇ ਡਰ ਕੇ ਭੱਜ ਜਾਵਣਗੇ। ਸੋ ਸਤਿਗੁਰ ਕਹਿੰਦੇ ਨੇ ਦੇਖ, ਜਿੰਨਾ ਚਿਕਰ ਤੇਰਾ ਜੀਵ ਆਤਮਾ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਹੋਈ ਆਤਮਾ ਦੇ ਨਾਲ ਤੇਰਾ ਸੰਗ ਸੀ, ਅੰਗ ਉਹਨਾਂ ਚਿਕਰ ਤੇਰਾ ਸਾਰਿਆਂ ਨਾਲ ਮੇਲ ਗੇਲ ਵੀ ਸੀ। उनका संग तुम सबको लोरा, ਉਸ ਬਿਨਾ ਕੋ ਮੁਖ ਨਹੀਂ ਜੋਰਾ। ਜਿੰਨਾ ਚਿਕਰ ਤੇਰੇ ਨਾਲ ਉਹ ਜੀਵ ਆਤਮਾ ਦਾ ਸੰਗ ਸੀ ਭਾਈ, ਉਸ ਵੇਲੇ ਸਾਰਾ ਹਰ ਕੋਈ ਤੈਨੂੰ ਚਾਹੁੰਦਾ ਸੀ ਵੀ ਤੂੰ ਸਾਡੇ ਘਰ ਦੇ ਵਿੱਚ ਆਏ ਵੇ, ਅਸੀਂ ਤੇਰੇ ਘਰ ਦੇ ਵਿੱਚ ਆਈਏ। ਕਹਿੰਦੇ ਜਦੋਂ ਉਸ ਜੀਵ ਆਤਮਾ ਨੇ ਇਸ ਦੇਹੀ ਦਾ ਸੰਗ ਤੋੜ ਦਿੱਤਾ, ਜਾਂ ਜੀਵ ਆਤਮਾ ਛੱਡ ਗਈ ਆਤਮਾ, ਕਹਿੰਦੇ ਉਸ ਬਿਨਾਂ ਕੋ ਮੁਖ ਨਾ ਜੋਰੇ। ਹੁਣ ਤੂੰ ਮਿੱਟੀ ਦੀ ਢੇਰੀ ਆ, ਕੋਈ ਤੇਰਾ ਮੂੰਹ ਵੀ ਦੇਖਣ ਨੂੰ ਤਿਆਰ ਨਹੀਂ, ਤੇਰੇ ਨਾਲ ਕੋਈ ਗੱਲ ਵੀ ਨਹੀਂ ਕਰਨ ਨੂੰ ਤਿਆਰ। ਤੇ ਬੈਰਾਗੀ ਕਹਾਂ ਸਮਾਏ, ਤਿਸ ਬਿਨ ਤੂੰ ਹੀ ਦੇਹਵਰੀਰੀ। ਉਹ ਜੀਵ ਆਤਮਾ ਜਿਹੜਾ ਉਹ ਪੰਛੀ ਹੈ ਜਿਹੜਾ ਸਾਡੇ ਅੰਦਰ, ਜਿਹਦੇ ਬਾਰੇ ਬੜੀ ਵਾਰ ਆਪਾਂ ਇੱਕ ਦੂਜੇ ਨਾਲ ਵਿਚਾਰ ਕਰ ਚੁੱਕੇ ਹਾਂ। ਅਸਲ ਵਿੱਚ ਇਸ ਦੇਹ ਦੇ ਨਾਲ ਜਿੰਨਾ ਆਪਾਂ ਪਿਆਰ ਕਰਦੇ ਨਾ, ਇਹਦੇ ਨਾਲੋਂ ਹਜ਼ਾਰਾਂ ਗੁਣ ਜ਼ਿਆਦਾ ਪਿਆਰ ਉਹਦੇ ਨਾਲ ਕਰਨਾ ਪੈਣਾ, ਕਿਉਂਕਿ ਉਹ ਹੈ ਜਿਹੜਾ ਪ੍ਰਮਾਤਮਾ ਦੀ ਅੰਸ਼ ਹੈ। ਜਦੋਂ ਅਸੀਂ ਉਸ ਦੇ ਨਾਲ ਸਾਡਾ ਮਿਲਾਪ ਹੋ ਗਿਆ ਭਾਈ, ਉਦੋਂ ਸਾਡੇ ਸੰਸਾਰ ਦੇ ਉੱਤੇ ਆਉਣਾ ਜਾਣਾ ਖਤਮ ਹੋ ਜਾਵੇਗਾ। ਕਹਿੰਦੇ ਤੇ ਵੈਰਾਗੀ ਕਹਾਂ ਸਮਾਵੇ, ਕਹਿੰਦੇ ਦੇਖ ਤੈਨੂੰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਤਾ ਨਹੀਂ ਜਿਸ ਵੇਲੇ ਉਹ ਇਸ ਸਰੀਰ ਨੂੰ ਆਤਮਾ ਛੱਡ ਜਾਂਦੀ ਕਿੱਥੇ ਜਾ ਕੇ ਸਮਾ ਜਾਂਦੀ ਹੈ, ਕਿੱਥੇ ਜਾ ਕੇ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਦਾ ਬਚਨ ਆਉਂਦਾ ਹੈ, ਕਹਿੰਦੇ ਜਦੋਂ ਗੁਰੂ ਸਿੱਖਾਂ ਨੇ ਪੁੱਛਿਆ ਸਤਿਗੁਰੂ ਨੂੰ ਵੀ ਸਤਿਗੁਰੂ ਜੀ ਜਦੋਂ ਜੀਵ ਭਾਈ ਮਰ ਜਾਂਦਾ ਤੇ ਉਸ ਦੀ ਵੀ ਆਤਮਾ ਕਿੱਥੇ, ਕਹਿੰਦੇ ਨਾਨਕ ਇਹ ਨਾ ਜਾਪੇ ਕਿੱਥੇ ਜਾਏ ਸਵਾਈ। ਗੁਰੂ ਨਾਨਕ ਨਿਰੰਕਾਰ ਜੀ ਕਹਿੰਦੇ ਇਹਦਾ ਗਿਆਨ ਅਸੀਂ ਨਹੀਂ ਦੇਣਾ, ਉਹ ਕਿੱਥੇ ਜਾਂਦੇ ਆ। ਇਹ ਪ੍ਰਮਾਤਮਾ ਦੀ ਅੰਸ਼ ਹੈ, ਪ੍ਰਮਾਤਮਾ ਦੇ ਵਿੱਚ ਮਿਲ ਜਾਂਦੀ, ਫਿਰ ਜਾ ਕੇ ਉਸ ਨੂੰ ਸੰਸਾਰ ਦੇ ਉੱਤੇ ਨਵਾਂ ਚੋਲਾ ਮਿਲ ਜਾਂਦਾ ਹੈ। ਤਿਸ ਬਿਨ ਤੂੰ ਦੇਹਰੀ, ਕਹਿੰਦੀ ਦੇਖ ਉਸ ਤੋਂ ਬਗੈਰ ਇਹ ਜਿਹੜੀ ਦੇਹ ਹੈ ਇਹ ਦੁਖੀ ਹੋ ਰਹੀ, ਭਾਵੇਂ ਇਸ ਨੂੰ ਕੋਈ ਚੀਜ਼ ਨਹੀਂ ਪਤਾ ਹੈ। ਕੀੜੇ ਮਕੌੜੇ ਵੀ ਇਹਦੇ ਉੱਤੇ ਚੜੇ ਹੋਏ ਨੇ, ਢੇਰ ਸਾਰੀ ਮਿੱਟੀ ਵੀ ਇਹਦੇ ਉੱਤੇ ਚੜੀ ਹੋਈ ਹੈ, ਕੋਈ ਇਹਦਾ ਮੁੱਖ ਵੀ ਨਹੀਂ ਦੇਖਣਾ ਚਾਹੁੰਦਾ, ਕੋਈ ਇਹਨੂੰ ਹੱਥ ਤੱਕ ਵੀ ਨਹੀਂ ਲਾਉਣਾ ਚਾਹੁੰਦਾ। ਰਹਾਓ
उनके संग तू ग्रह में माहर, उनके संग तू होई है जाहर। ਕਹਿੰਦੇ ਦੇਖ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਹਿਲਾਂ ਵਿਸਰਾਮ ਰਹਾ ਉਹਦਾ ਲਾ ਦਿੰਦੇ ਨੇ, ਕਹਿੰਦੇ ਉਨਕੇ ਸੰਗ ਤੂੰ ਗ੍ਰਹਿ ਮੈਂ ਮਾਹਰ। ਜਦੋਂ ਉਹਦਾ ਤੇਰੇ ਨਾਲ ਸੰਗ ਬਣਿਆ ਰਿਹਾ ਪਰਮੇਸ਼ਰ ਦੀ ਉਹ ਆਤਮਾ ਦਾ, ਕਹਿੰਦੇ ਤੂੰ ਬਹੁਤ ਸਿਆਣੀ ਘਰ ਦੀ ਮਾਲਕ ਬਣ ਕੇ ਘਰ ਦੀ ਮਾਲਕਣ ਸਮਝੀ ਜਾਂਦੀ ਸੀ ਤੂੰ। ਕਹਿੰਦੇ ਉਨਕੇ ਸੰਗ ਤੂੰ ਗ੍ਰਹਿ ਮੈਂ ਮਾਹਰ, ਜਿਸ ਘਰ-ਬਾਰ ਦੇ ਵਿੱਚ ਤੂੰ ਵਸੀ ਉਸ ਵੇਲੇ ਤੈਨੂੰ ਬੜੀ ਸਿਆਣੀ ਕਿਹਾ ਜਾਂਦਾ ਸੀ। ਉਨਕੇ ਸੰਗ ਤੂੰ ਹੋਈ ਹੈ ਜ਼ਾਹਰ, ਉਸ ਦੇ ਸੰਗ ਦੇ ਕਾਰਨ ਹੀ ਤੂੰ ਹਰ ਜਗ੍ਹਾ ਦੇ ਉੱਤੇ ਜ਼ਾਹਰ ਪ੍ਰਗਟ ਹੋਈ। ਹਰ ਕੋਈ ਤੇਰੇ ਨਾਲ ਪ੍ਰੇਮ ਕਰ ਰਿਹਾ ਸੀ ਤੇ ਹਰ ਕੋਈ ਤੇਰੇ ਪ੍ਰੇਮ ਨੂੰ ਉਸ ਵੇਲੇ ਚਾਹੁੰਦਾ ਸੀ। ਉਨਕੇ ਸੰਗ ਤੂੰ ਰਖੀ ਪਪੋਲ, ਉਸ ਬਿਨਾ ਤੂੰ ਛੁਟਕੀ ਰੋਲ। ਦੇਖ ਜਿੰਨਾ ਚਿਕਰ ਤੇਰਾ ਤੇ ਉਸ ਆਤਮਾ ਦਾ ਸੰਗ ਇੱਕ ਦੂਜੇ ਦਾ ਮਿਲਾਪ ਰਿਹਾ, ਕਹਿੰਦੇ ਉਹਨੇ ਚਿਕਰ ਤੇਰੀ ਇਹ ਜਿਹੜੀ ਦੇਹ ਹੈ ਇਹ ਪਲਦੀ ਭੋਸਦੀ ਸੀ। ਪਹਿਲਾਂ ਅਸੀਂ ਮਾਤ ਗਰਭ ਚੋਂ ਆਏ, ਬਚਪਨੇ ਤੋਂ ਅਸੀਂ ਆਏ ਭਾਈ ਜਵਾਨੀ ਦੇ ਵਿੱਚ, ਜਵਾਨੀ ਚੋਂ ਵੱਡੇਪੇ ਦੇ ਵਿੱਚ, ਜਾਣੀ ਕਿ ਇਹ ਦੇਹ ਪਲਦੀ ਸੀ ਉਹਨਾਂ ਚਿਕਰ ਜਦੋਂ ਉਹਦੇ ਨਾਲ ਸੰਗ ਸੀ। ਕਹਿੰਦੇ ਫੇਰ ਕੀ ਉਸ ਬਿੰਦੂ ਛੁਟਕੀ ਰੋਲ, ਜਦੋਂ ਉਹ ਤੇਰੇ ਨਾਲੋਂ ਸੰਗ ਤੋੜ ਕੇ ਜੀਵ ਆਤਮਾ ਚਲੇ ਗਈ। ਇਹ ਮਿੱਟੀ ਦੀ ਢੇਰੀ ਕਾਇਆ, ਕਹਿੰਦੀ ਤੂੰ ਹੁਣ ਦੇਖ ਰੁਲਦੀ ਫਿਰਦੀ ਹੈ। ਉਨਕੇ ਸੰਗ ਤੇਰਾ ਮਾਨ ਮਹਤ, ਉਨਕੇ ਸੰਗ ਤੁਮ ਸਾਖ ਜਗਤ। ਇਸ ਕਰਕੇ ਦੇਖ ਤੈਨੂੰ ਉਸ ਇੱਕ ਆਇਆ ਉਹ ਆਤਮਾ ਦੇ ਕਰਕੇ ਹੀ ਤੈਨੂੰ ਭਾਈ ਬਹੁਤ ਵਡਿਆਈਆਂ, ਬਹੁਤ ਆਦਰ ਮਾਣ ਮਿਲ ਰਿਹਾ ਸੀ। ਮਾਣ ਮਹੱਤ ਯਾਨੀ ਕਿ ਬਹੁਤ ਤੈਨੂੰ ਵਡਿਆਈਆਂ ਮਿਲ ਰਹੀਆਂ ਸਨ। ਉਨਕੇ ਸੰਗ ਤੁਮ ਸਾਖ ਜਗਤ, ਉਹਦੇ ਮਿਲਾਪ ਦੇ ਕਾਰਨ ਹੀ ਤੂੰ ਸੰਸਾਰ ਦੇ ਉੱਤੇ ਅਨੇਕਾਂ ਦੇ ਨਾਲ ਤੇਰੇ ਸਾਖ ਸੰਬੰਧ ਪਏ ਹੋਏ ਸਨ। ਅਨੇਕ ਤਰ੍ਹਾਂ ਤੇ ਅਨੇਕ ਜੀਵ ਤੇਰੇ ਸਾਖ ਸੰਬੰਧੀ ਬਣੇ ਹੋਏ ਸਨ। ਉਨਕੇ ਸੰਗ ਤੇਰੀ ਸਭ ਵਿਦ ਥਾਟੀ, ਉਸ ਬਿਨਾ ਤੂੰ ਹੋਈ ਹੈ ਮਾਟੀ। ਦੇਖ ਉਸ ਕੇ ਸੰਗ ਤੇਰੀ ਸਭ ਥਾਟੀ, ਦੇਖ ਉਸ ਜੀਵ ਆਤਮਾ ਕਰਕੇ ਤੇਰੀ ਸਾਰਿਆਂ ਦੇ ਨਾਲ ਬਣੀ ਹੋਈ ਸੀ। ਜਿੱਦਣ ਉਹ ਜੀਵ ਆਤਮਾ ਤੇਰੇ ਅੰਦਰੋਂ ਪ੍ਰਮਾਤਮਾ ਦੀ ਆਤਮਾ ਜਿਹੜੀ ਹੈ ਉਹ ਛੱਡ ਕੇ ਚਲ ਗਈ, ਤੂੰ ਹੁਣ ਉਦਣ ਹੀ ਮਿੱਟੀ ਦੀ ਢੇਰੀ ਬਣ ਗਈ। ਉਦਣ ਤੋਂ ਕੋਈ ਨਹੀਂ ਤੇਰੀ ਬਾਤ ਪੁੱਛਦਾ। ਉਹ ਬੈਰਾਗੀ ਮਰੇ ਨਾ ਜਾਏ, ਹੁਕਮੇ ਬਾਦਾ ਕਾਰ ਕਮਾਏ। ਖਿਆਲ ਕਰੋ ਸੰਸਾਰ ਦੇ ਜੀਵੋ, ਉਹ ਜਿਹੜੀ ਆਤਮਾ ਹੈ ਨਾ ਉਹ ਪ੍ਰਮਾਤਮਾ ਦੀ ਅੰਸ਼ ਹੈ। ਉਹ ਨਾ ਮਰਦੀ ਤੇ ਨਾ ਜੰਮਦੀ ਹੈ। ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਆਉਂਦੀ ਤੇ ਹੁਕਮ ਦੇ ਵਿੱਚ ਹੀ ਸਾਰੇ ਕੰਮ ਸੰਸਾਰ ਤੇ ਕਰ ਰਹੀ ਹੈ। ਹੁਕਮੇ ਵਾਧਾ ਕਾਰ ਕਮਾਏ, ਹੁਕਮ ਦੇ ਵਿੱਚ ਹੀ ਇੱਥੇ ਉਹ ਕਰਮ ਕਰ ਰਹੀ ਹੈ ਤੇ ਹੁਕਮ ਦੇ ਵਿੱਚ ਆਉਂਦੀ ਹੈ। ਜੋੜ ਵਿਛੋੜੇ ਨਾਨਕ ਥਾਪ, ਆਪਣੀ ਕੁਦਰਤ ਜਾਣੈ ਆਪ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਾਰੇ ਖੇਡ ਕਰਦੇ ਹਨ। ਆਪ ਹੀ ਉਹ ਜੋੜਦੇ ਨੇ, ਜਾਣੀ ਕਿ ਸੰਸਾਰ ਦੇ ਉੱਤੇ ਆਤਮਾ ਨੂੰ ਤੇ ਦੇਹ ਦਾ ਮਿਲਾਪ ਕਰਦੇ ਨੇ, ਆਪ ਹੀ ਵਿਛੋੜਦੇ ਨੇ ਉਹਨਾਂ ਨੂੰ ਤੇ ਨਾ ਆਪਣੀ ਕੁਦਰਤ ਜਾਣੇ ਆਪ। ਇਹ ਉਸ ਦਾ ਖੇਡ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਇਹ ਪਰਮੇਸ਼ਰ ਦਾ ਖੇਲ ਹੈ। ਇਹ ਖੇਲ ਨੂੰ ਸਿਰਫ ਉਹ ਆਪ ਹੀ ਨਿਰੰਕਾਰ ਵਾਹਿਗੁਰੂ ਜੀ ਜਾਣਦੇ ਹਨ। ਆਸਾ ਮਹਿਲਾ ਪੰਜਵਾ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ। ਜਿਨ੍ਹਾਂ ਨੂੰ ਫੇਦੂ ਚੀਜ਼ ਦਾ ਭਾਈ ਗਿਆਨ ਹੋ ਗਿਆ ਕਿ ਪਰਮੇਸ਼ਰ ਦੇ ਸਾਡੇ ਅੰਦਰ ਪਰਮੇਸ਼ਰ ਦੀ ਆਤਮਾ ਹੋਣ ਕਰਕੇ ਹੀ ਅਸੀਂ ਸਭ ਕੁਝ ਕਰਦੇ ਹਾਂ। ਅਸੀਂ ਉਹ ਪਰਮੇਸ਼ਰ ਦੇ ਬਾਰੇ ਉਹਨਾਂ ਨੂੰ ਗਿਆਨ ਹੋ ਗਿਆ। ਉਹ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ, ਸੇਵਾ ਕਰਨ ਲੱਗ ਪਏ, ਬੰਦਗੀ ਕਰਨ ਲੱਗ ਪਏ, ਹਰ ਵਸਤੂ ਕੁਦਰਤ ਦੇ ਵਿੱਚ ਉਹ ਪਰਮੇਸ਼ਰ ਨੂੰ ਦੇਖਣ ਲੱਗ ਪਏ। ਤਾਂ ਫਿਰ ਜਿਸ ਵੇਲੇ ਉਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਗਈ, ਉਹ ਜੀਵ ਕਹਿੰਦਾ ਵੇ ਨਾ ਉਹ ਮਰਤਾ ਨਾ ਹਮ ਡਰਿਆ। ਦੇਖੋ ਭਾਈ ਸੰਸਾਰ ਦੇ ਜੀਵੋ, ਜਿਸ ਪਰਮੇਸ਼ਰ ਨਾਲ ਮੇਰਾ ਮਿਲਾਪ ਹੋਇਆ ਉਹ ਕਦੀ ਮਰਦਾ ਨਹੀਂ ਤੇ ਜਦ ਉਹ ਕਦੀ ਮਰਦਾ ਨਹੀਂ, ਇਸ ਕਰਕੇ ਸਾਨੂੰ ਹੁਣ ਕਿਸੇ ਚੀਜ਼ ਦਾ ਡਰ ਨਹੀਂ ਰਹਿ ਗਿਆ। ਕਾਰਨ ਉਹ ਸਾਡਾ ਸੰਗੀ ਬਣ ਗਿਆ। ਨਾ ਉਹ ਵਿਨਸੇ ਨਾ ਹਮ ਕੜਿਆ। ਉਹ ਅਕਾਲ ਪੁਰਖ ਵਾਹਿਗੁਰੂ ਵਿਨਸਦਾ ਨਹੀਂ, ਜਿਹੜੀ ਕਿ ਦੂਰ ਨਹੀਂ ਹੁੰਦਾ। ਜਦੋਂ ਦੂਰ ਨਹੀਂ ਹੁੰਦਾ, ਇਸ ਕਰਕੇ ਅਸੀਂ ਕਦੀ ਵੀ ਕਿਸੇ ਵਸਤੂ ਵਾਸਤੇ ਝੂਰਦੇ ਨਹੀਂ, ਕਿਉਂਕਿ ਸਭ ਵਸਤੂਆਂ ਦਾ ਦਾਤਾ ਸਾਡੇ ਅੰਗ ਸੰਗ ਸਾਡੇ ਨਾਲ ਹੀ ਹੈ। ਨਾ ਉਹ ਨਿਰਦਨ ਨਾ ਹਮ ਭੂਖੇ, ਨਾ ਉਸ ਦੁੱਖ ਨਾ ਹਮ ਕੋ ਦੁਖੇ। ਉਹ ਪਰਮੇਸ਼ਰ ਤੱਕ ਕਦੀ ਕੰਗਾਲ ਹੁੰਦਾ ਹੀ ਨਹੀਂ। ਨਿਰਧਨ ਦਾ ਮਤਲਬ ਹੁੰਦਾ ਜਿਹੜਾ
ਖਜ਼ਾਨਾ ਜਿਹਦਾ ਮੁੱਕ ਜਾਵੇ, ਨਿਰਧਨ ਯਾਨੀ ਕਿ ਉਹ ਕਦੀ ਨਿਰਧਨ ਨਹੀਂ ਹੁੰਦਾ, ਉਹ ਕਦੀ ਕੰਗਾਲ ਨਹੀਂ ਹੁੰਦਾ। ਇਸ ਕਰਕੇ ਉਹ ਸਦਾ ਦਾਤਾਂ ਵੰਡੀ ਹੀ ਜਾਂਦਾ, ਉਹਦੇ ਖਜ਼ਾਨੇ ਤਾਂ ਭਰਪੂਰ ਹੀ ਭਰਪੂਰ ਨੇ। ਇਸ ਕਰਕੇ ਅਸੀਂ ਕਦੀ ਵੀ ਭੁੱਖੇ ਨਹੀਂ ਹੁੰਦੇ। ਨਾ ਉਸ ਦੁੱਖ ਨਾ ਹਮ ਕੋ ਦੁੱਖ, ਨਾ ਉਸ ਨੂੰ ਕੋਈ ਦੁੱਖ ਲੱਗਦਾ ਤੇ ਉਹਦੇ ਕਾਰਨ ਕਰਕੇ ਸਾਨੂੰ ਵੀ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਸਹਾਰਨਾ ਪੈਂਦਾ। ਅਵਰ ਨ ਕੋ ਮਾਰਨ ਵਾਰਾ, ਜਿਉ ਹਮਾਰਾ ਜਿਉ ਦੇਨਹਾਰਾ। ਹੁਣ ਸਾਨੂੰ ਮੌਤ ਦਾ ਵੀ ਡਰ ਨਹੀਂ ਹੈ, ਕਿਉਂਕਿ ਪਰਮੇਸ਼ਰ ਤੋਂ ਬਗੈਰ ਅਵਰ ਨਾ ਕੋਈ ਮਾਰਨ ਵਾਲਾ, ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਮੈਨੂੰ ਇਦੋਂ ਸੰਸਾਰ ਦੇ ਉੱਤੇ ਮਾਰਨ ਵਾਲਾ ਨਹੀਂ ਹੈ। ਮੈਂ ਉਸ ਦੇ ਵਿੱਚ ਹੀ ਅਭੇਦ ਹੋ ਗਿਆ ਹਾਂ। ਜਿਉ ਹਮਾਰਾ ਜਿਉ ਦੇਨਹਾਰਾ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹੀ ਸਾਨੂੰ ਜਿਉਂਦਾ ਤੇ ਜਿੰਦ ਦੇਣ ਵਾਲਾ ਹੈ। ਰਹਾਉ ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਧੰਦਾ ਨਾ ਹਮ ਧਾਦੇ। ਉਸ ਪਰਮੇਸ਼ਰ ਨੂੰ ਕਿਸੇ ਤਰ੍ਹਾਂ ਦਾ ਕੋਈ ਮਾਇਆ ਦਾ ਬੰਧਨ ਨਹੀਂ ਪਿਆ ਹੋਇਆ, ਉਹ ਮਾਇਆ ਦੇ ਪਤੀ ਹਨ। ਇਸ ਕਰਕੇ ਸਾਨੂੰ ਵੀ, ਅਸੀਂ ਵੀ ਉਹਦੀ ਕਿਰਪਾ ਦੇ ਨਾਲ, ਉਹਦੇ ਗਿਆਨ ਰਾਹੀਂ, ਉਹਦੀ ਰਜ਼ਾ ਦੇ ਵਿੱਚ ਚੱਲਦੇ ਹੋਏ ਅਸੀਂ ਵੀ ਮਾਇਆ ਦੇ ਵਿੱਚ ਦੇ ਬੰਧਨਾਂ ਵਿੱਚ ਕੋਈ ਵੀ ਬੰਧੇ ਨਹੀਂ ਹੋਏ ਹਾਂ। ਨਾ ਉਸ ਧੰਦਾ ਨਾ ਹਮ ਧਾਦੇ, ਨਾ ਉਸ ਨੂੰ ਕੋਈ ਧੰਦਾ ਨਹੀਂ ਹੈ, ਜਾਣੀ ਕਿ ਕਹਿੰਦੇ ਧੰਦਾ, ਕਿਸੇ ਧੰਦੇ ਦੇ ਵਿੱਚ ਉਹ ਫਸਿਆ ਹੋਇਆ ਨਹੀਂ ਹੈ ਪਰਮੇਸ਼ਰ। ਇਸ ਕਾਰਨ ਕਰਕੇ ਅਸੀਂ ਵੀ ਧੰਦਿਆਂ ਦੇ ਵਿੱਚ ਨਹੀਂ ਫਸੇ ਹੋਏ। ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਆਨੰਦ ਤਾਂ ਹਮ ਸਦਕੇਲਾ। ਉਸ ਪਰਮੇਸ਼ਰ ਨੂੰ ਕਦੀ ਵੀ ਕਿਸੇ ਤਰ੍ਹਾਂ ਦੀ ਮਾਇਆ ਦੀ ਜਾਂ ਹੋਰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਇਸ ਕਰਕੇ ਉਹ ਮੈਲਾ ਨਹੀਂ ਹੈ, ਜਿਹਦੇ ਕਾਰਨ ਕਰਕੇ ਉਹਦੀ ਦਇਆ ਦੇ ਨਾਲ ਅਸੀਂ ਵੀ ਮੈਲੇ ਨਹੀਂ, ਉਹਦੀ ਗਿਆਨ ਦੀ ਕਿਰਪਾ ਦੇ ਨਾਲ ਅਸੀਂ ਵੀ ਮੈਲੇ ਨਹੀਂ ਹਾਂ। ਉਸ ਆਨੰਦ ਤਾਂ ਹਮ ਸਦਕੇਲਾ, ਕਹਿੰਦੇ ਦੇਖੋ ਉਹਦੇ ਘਰ ਦੇ ਵਿੱਚ ਸਦਾ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਉਹਦੇ ਆਨੰਦ ਦੇ ਕਾਰਨ ਕਰਕੇ ਅਸੀਂ ਵੀ ਹਰ ਵੇਲੇ ਖਿੜੇ ਰਹਿੰਦੇ ਹਾਂ। ਨਾ ਉਸ ਸੋਚ ਨ ਹਮ ਕੋ ਸੋਚਾ, ਨਾ ਉਸ ਲੇਪ ਨ ਹਮ ਕੋ ਪੋਚਾ। ਸੋਚ ਦਾ ਮਤਲਬ ਹੁੰਦਾ ਫਿਕਰ। ਉਸ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ, ਕਿਸੇ ਤਰ੍ਹਾਂ ਦਾ ਉਸ ਨੂੰ ਕੋਈ ਫਿਕਰ ਨਹੀਂ ਹੈ ਤੇ ਨਾ ਹੀ ਸਾਨੂੰ ਹੈ, ਕਿਉਂਕਿ ਅਸੀਂ ਉਹਨੂੰ ਉਹਦੇ ਉੱਤੇ ਭਰੋਸਾ, ਉਹਦਾ ਆਸਰਾ ਬਣਾਇਆ ਹੋਇਆ ਹੈ, ਉਹਦੇ ਉੱਤੇ ਹੀ ਆਪਣੀ ਡੋਰੀ ਛੱਡੀ ਹੋਈ ਹੈ। ਤੇ ਇਸ ਕਰਕੇ ਸਾਡਾ ਉਹਦੇ ਨਾਲ ਮਿਲਾਪ ਹੈ। ਨਾ ਉਸ ਲੇਪ ਨਾ ਹਮ ਕੋ ਪੋਚਾ, ਕਹਿੰਦੇ ਦੇਖ ਉਹਦੇ ਉੱਤੇ ਮਾਇਆ ਪ੍ਰਭਾਵ ਨਹੀਂ ਪਾ ਸਕਦੀ। ਲੇਪ ਕਹਿੰਦੇ ਤੇ ਪੋਚਾ ਕਹਿੰਦੇ ਨੇ ਮਾਇਆ ਨੂੰ, ਉਹਨਾਂ ਨੂੰ ਮਾਇਆ ਦਾ ਲੇਪ ਨਹੀਂ ਚੜਿਆ ਹੋਇਆ, ਪੋਚਾ ਨਹੀਂ ਪਿਆ ਹੋਇਆ। ਇਸ ਕਾਰਨ ਕਰਕੇ ਭਾਈ ਸਾਡੇ ਉੱਤੇ ਵੀ ਨਹੀਂ ਪੈ ਸਕਦਾ ਉਹ, ਕਿ ਸਾਡੇ ਉੱਤੇ ਕਿੱਦਾਂ ਪੈ ਜਾਊ ਜਦੋਂ ਗੁਰੂ ਜੀ ਦਾ ਗਿਆਨ ਹਰ ਵੇਲੇ ਸਾਡੇ ਨਾਲ ਹੈ। ਉਹ ਗਿਆਨ ਸਾਨੂੰ ਦਿੰਦਾ, ਇਹ ਤੋਂ ਕਿੱਦਾਂ ਬਚਣਾ। ਤੇ ਇਸ ਕਰਕੇ ਇਹ ਮਾਇਆ ਸਾਨੂੰ ਵੀ ਲੇਪ ਨਹੀਂ ਚਾੜ ਸਕਦੀ। ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ, ਨਾ ਹੋ ਨਿਰਮਲਤਾ ਹਮ ਜਚਨਾ। ਦੇਖੋ ਭਾਈ, ਨਾ ਉਸ ਭੂਖ, ਉਸ ਪਰਮੇਸ਼ਰ ਨੂੰ ਕਿਸੇ ਵੀ ਪਦਾਰਥ ਦੀ ਭੁੱਖ ਨਹੀਂ ਹੈ ਤੇ ਉਹਦੀ ਕਿਰਪਾ ਦੇ ਨਾਲ ਹੁਣ ਸਾਡੀ ਵੀ ਤ੍ਰਿਸ਼ਨਾ ਜਿਹੜੀ ਸੀ ਉਹ ਖਤਮ ਹੋ ਗਈ। ਸਾਨੂੰ ਵੀ ਕਿਸੇ ਚੀਜ਼ ਦੀ ਤ੍ਰਿਸ਼ਨਾ ਨਹੀਂ। ਜਿਹੜਾ ਉਹ ਦਾਤਾ, ਸਾਰੀਆਂ ਦਾਤਾਂ ਦਾ ਮਾਲਕ ਹੈ, ਉਹ ਭਾਈ ਸਾਨੂੰ ਮਿਲ ਜਾਵੇ, ਉਹਦਾ ਨਾਮ ਮਿਲ ਜਾਵੇ, ਉਹਦੇ ਵੱਲੋਂ ਸਾਨੂੰ ਆਨੰਦ ਮਿਲ ਜਾਵੇ, ਫਿਰ ਪਿੱਛੇ ਕੋਈ ਚੀਜ਼ ਰਹਿ ਨਹੀਂ ਜਾਂਦੀ ਹੈ। ਸੋ ਇਸ ਕਰਕੇ ਉਹ ਕਹਿੰਦੇ ਉਹਨੂੰ ਕਿਸੇ ਪਦਾਰਥ ਦੀ ਭੁੱਖ ਨਹੀਂ ਤੇ ਉਹਦੀ ਕਿਰਪਾ ਦੇ ਨਾਲ ਸਾਡੀ ਵੀ ਤ੍ਰਿਸ਼ਨਾ ਖਤਮ ਹੋ ਚੁੱਕੀ। ਸਾਡੇ ਅੰਦਰ ਵੀ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ ਨਹੀਂ ਹੈ। ਜਾਂ ਉਹ ਨਿਰਮਲ ਤਾਂ ਹਮ ਜਚਨਾ, ਕਹਿੰਦੇ ਦੇਖੋ ਭਾਈ ਪਰਮੇਸ਼ਰ ਪਵਿੱਤਰ ਸਰੂਪ ਹੈ, ਨਿਰਮਲ ਹੈ। ਇਸੇ ਕਾਰਨ ਕਰਕੇ ਅਸੀਂ ਉਸ ਨੂੰ ਕੋਟੀ ਕੋਟੀ ਬਾਅਦ ਪ੍ਰਣਾਮ ਕਰਦੇ ਹਾਂ। ਉਹਦੀ ਕਿਰਪਾ ਦੇ ਨਾਲ ਅਸੀਂ ਵੀ ਨਿਰਮਲ ਹੋ ਚੁੱਕੇ ਹਾਂ। ਤਾਂ ਹਮ ਜਚਨਾ, ਅਸੀਂ ਵੀ ਸੋਹਣੇ ਲੱਗਣ ਲੱਗ ਪਏ, ਜਚਣ ਲੱਗ ਪਏ। ਉਹਦੀ ਦਇਆ ਦੇ ਨਾਲ ਸਾਡੀ ਵੀ ਵਡਿਆਈ ਹੋਣ ਲੱਗ ਪਈ। ਹਮ ਕਿਛ ਨਾਹੀ ਏਕੇ ਉਹੀ, ਆਗੇ ਪਾਛੈ ਏਕੋ ਸੋਈ। ਪਰ ਹੁਣ ਸਾਨੂੰ ਇਹ ਵੀ ਗਿਆਨ ਹੈ ਕਿ ਅਸੀਂ ਕੁਝ ਨਹੀਂ, ਉਹ ਸਭ ਕੁਝ ਕਰਨ ਯੋਗ ਹੈ, ਕਰ ਰਿਹਾ ਤੇ ਕਰਦਾ ਰਹੇਗਾ। ਉਹੀ ਸਾਰੇ ਪਦਾਰਥਾਂ ਦਾ ਮਾਲਕ ਹੈ। ਇਸ ਕਰਕੇ ਸਾਨੂੰ ਚਿੰਤਾ ਵੀ ਕਿਸੇ ਤਰ੍ਹਾਂ ਦੀ ਹੈ। ਹਮ ਕੁਛ ਨਹੀਂ, ਇੱਕ ਹੀ ਉਹ, ਅਸੀਂ ਕੁਛ ਵੀ ਨਹੀਂ ਹਾਂ। ਸਿਰਫ ਇੱਕ ਉਹ ਅਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਪਰਮੇਸ਼ਰ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੀ ਹਰ ਜਗ੍ਹਾ ਦੇ ਉੱਤੇ ਹਨ। ਆਗੇ ਪਾਛੇ ਏਕੋ ਸੋਈ, ਅੱਗੇ ਪਿੱਛੇ
ਉਹ ਪਰਮੇਸ਼ਰ ਅਕਾਲ ਪੁਰਖ ਲੋਕ ਪਰਲੋਕ ਦਾ ਸਹਾਇਕ ਉਹ ਇੱਕ ਪਰਮੇਸ਼ਰ ਹੀ ਹੈ। ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ। ਜਦੋਂ ਸਾਡੇ ਅੰਦਰ ਭਾਈ ਇਹ ਗੱਲ ਬਸ ਜਾਂਦੀ ਹੈ, ਇਹ ਗਿਆਨ ਅੰਦਰ ਕੇ ਬਸ ਜਾਂਦਾ ਹੈ, ਤਾਂ ਉਸ ਲਈ ਆਪਾਂ ਇਹ ਗੱਲ ਕਹਿੰਦੇ ਹਾਂ ਨਾਨਕ ਗੁਰ ਖੋਏ ਭ੍ਰਮ ਭੰਗਾ। ਉਹਦੀ ਕਿਰਪਾ ਦੇ ਨਾਲ ਸਾਡੇ ਅੰਦਰੋਂ ਜਿਹੜੇ ਭਰਮ ਭੇਦ ਪਾਉਣ ਵਾਲੇ ਸਨ, ਜੋ ਸਾਡੇ ਅੰਦਰ ਦੁਚਿੱਤੀ ਬਣਦੀ ਜਾ ਰਹੀ ਸੀ, ਉਹ ਸਾਰੇ ਖਤਮ ਹੋ ਗਏ। ਉਹ ਸਾਰੇ ਰੰਗ ਭਰਮ ਸਾਰੇ ਗੁਰੂ ਜੀ ਨੇ ਖਤਮ ਕਰ ਦਿੱਤੇ। ਕਹਿੰਦੇ ਅਸੀਂ ਹਮ ਓਏ ਮਿਲ ਹੋਏ ਇੱਕ ਰੰਗਾ। ਜਦੋਂ ਅਸੀਂ ਦੋਨਾਂ ਜਣਿਆਂ ਦਾ ਮਿਲਾਪ ਹੋ ਗਿਆ ਸਾਡਾ, ਤੇ ਅਸੀਂ ਇੱਕੋ ਰੰਗ ਦੇ ਬਣ ਗਏ। ਹੁਣ ਸਾਡੇ ਵਿੱਚ ਵੱਖਪੁਣਾ ਕੋਈ ਨਹੀਂ। ਕੋਈ ਕਹਿ ਨਹੀਂ ਸਕਦਾ, ਜਿੱਦਾਂ ਕਬੀਰ ਜੀ ਕਹਿੰਦੇ ਨੇ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣੀ। ਇਸੇ ਤਰ੍ਹਾਂ ਮਾਲਕ ਸੱਚੇ ਪਾਤਸ਼ਾਹ ਨੂੰ ਮੋਰੇ ਜੀਵ ਨੂੰ ਦੱਸ ਰਹੇ ਨੇ, ਜਿਹੜੇ ਉਹਨਾਂ ਨੂੰ ਪਰਮੇਸ਼ਰ ਮਿਲ ਗਿਆ, ਉਹ ਭਾਈ ਵੀ ਇੱਕ ਰੰਗ ਹੋ ਜਾਂਦੇ ਹਨ। ਤੇ ਇਸ ਕਰਕੇ ਉਹਨਾਂ ਦਾ ਇੱਕੋ ਹੀ ਸਰੂਪ ਹੁੰਦਾ। ਆਸਾ ਮਹਿਲਾ ਪੰਜਵਾਂ। ਅਨਿਕ ਪਾਂਤ ਕਰ ਸੇਵਾ ਕਰੀਐ ਜਿਉ ਪ੍ਰਾਨ ਤਨ ਆਗੇ ਧਰੀਐ। ਹੁਣ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਦੀ ਉਸ ਤੁਤ ਵਡਿਆਈ ਕਰ ਦਿੱਤੀ। ਹੁਣ ਆਪਾਂ ਨੂੰ ਕੀ ਮਾਲਕ ਹੁਕਮ ਲਾਉਂਦੇ ਨੇ, ਕਹਿੰਦੇ ਭਾਈ ਅਨਕ ਭਾਂਤ ਕਰ ਸੇਵਾ ਕਰੀਏ। ਅਨੇਕਾਂ ਭਾਂਤਾਂ ਦੇ ਰਾਹੀਂ ਉਸ ਪਰਮੇਸ਼ਰ ਦੇ ਗੁਣ ਗਾਈਏ, ਸੇਵਾ ਕਰੀਏ, ਸਿਮਰਨ ਕਰੀਏ, ਭਗਤੀ ਵਾਲੇ ਮਾਰਗ ਦੇ ਉੱਤੇ ਚਰੀਏ, ਕੁਦਰਤ ਦੇ ਵਿੱਚ ਉਹ ਕਾਦਰ ਨੂੰ ਪਛਾਣੀਏ, ਤੇ ਕੇਸ ਕਰਕੇ ਆਪਣੇ ਆਪ ਨੂੰ ਖਤਮ ਕਰ ਲਈਏ, ਇਦੂ ਰੂਪ ਚ ਰੱਖ ਲਈਏ, ਸ਼ਬਦ ਦੇ ਵਿੱਚ ਅਭੇਦ ਹੋ ਜਾਈਏ। ਕਹਿੰਦੇ ਫਿਰ ਇਸ ਤਰ੍ਹਾਂ ਦੀ ਸੇਵਾ ਕਰਨੀ ਸ਼ੁਰੂ ਕਰ। ਉਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜਿਹਦੇ ਨਾਲ ਮੇਰਾ ਪਰਮੇਸ਼ਰ ਮੇਰੇ ਉੱਤੇ ਖੁਸ਼ ਹੋ ਜਾਵੇ। ਅਨਕ ਭਾਂਤ ਕਰ ਸੇਵਾ ਕਰੀਏ। ਇਸ ਕਰਕੇ ਅਨੇਕਾਂ ਤਰ੍ਹਾਂ ਦੀ ਸੇਵਾ ਕਰ, ਉਸ ਦੀ ਜਿਉ ਪ੍ਰਾਣ ਤਾਨੇ ਆਗੇ ਧਰੀਏ। ਆਪਣੇ ਪ੍ਰਾਣ, ਆਪਣਾ ਧਨ, ਸਭ ਕੁਝ ਜੋ ਵੀ ਹੈ ਉਹਦੇ ਅੱਗੇ ਰੱਖ ਦੇ। ਹੈ ਵੀ ਉਹਦਾ ਹੀ, ਲੈ ਕੇ ਵੀ ਉਹਨੇ ਜਾਣਾ, ਦਿੱਤਾ ਵੀ ਉਹਨੇ ਹੋਇਆ ਹੈ। ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨੀਏ ਪਾਈਏ। ਉਹਦੇ ਹੁਕਮ ਦੇ ਵਿੱਚ ਚੱਲ। ਪਾਣੀ ਪੱਖਾ ਕਰੂੰ ਤਜ ਅਭਿਮਾਨ ਅਨਿਕ ਬਾਰ ਜਾਈਏ ਕੁਰਬਾਨ। ਅਭਿਮਾਨ ਹੰਕਾਰ ਹੁੰਦਾ। ਕਹਿੰਦੇ ਹੰਕਾਰ ਨੂੰ ਤਿਆਗ ਦੇ। ਤਿਆਗਣ ਤੋਂ ਬਾਅਦ ਤੂੰ ਕਹਿੰਦੇ ਵੀ ਗੁਰੂ ਕੀ ਸੰਗਤ ਵਾਸਤੇ ਪਾਣੀ ਢੋਇਆ ਕਰ, ਪੱਖਾ ਫੇਰਿਆ ਕਰ, ਤੇ ਵਾਰ-ਵਾਰ ਬਲਿਹਾਰੀ ਜਾ ਜਿਸ ਸੰਗਤ ਦੇ ਵਿੱਚੋਂ ਪਰਮੇਸ਼ਰ ਨੂੰ ਮਿਲਦਾ ਤੈਨੂੰ ਗਿਆਨ ਪ੍ਰਾਪਤ ਹੋਇਆ। ਸਾਈ ਸੁਹਾਗਣ ਜੋ ਪ੍ਰਭ ਪਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ। ਸਹੀ ਰੂਪ ਦੇ ਵਿੱਚ ਉਹੀ ਇਸਤਰੀ ਸੁਹਾਗਣ, ਉਹੀ ਇਹ ਜਿਹੜੀ ਆਤਮਾ ਸੁਹਾਗਣ ਹੈ ਜਿਹੜੀ ਪਰਮੇਸ਼ਰ ਨਾਲ ਮਿਲੀ ਹੋਈ ਹੈ। ਤੂੰ ਵੀ ਉਸ ਸੁਹਾਗਣ ਦਾ ਸੰਗ ਕਰ, ਜਿਹਦੇ ਉਹਦੇ ਕੋਲੋਂ ਗਿਆਨ ਲੈ, ਤੇ ਤੂੰ ਵੀ ਉਸ ਪਰਮੇਸ਼ਰ ਨੂੰ ਮਿਲਣਾ ਕਰ। ਰਹਾਉ ਦਾਸਨ ਦਾਸੀ ਕੀ ਪਨਹਾਰ ਉਨਕੀ ਰੇਣ ਬਸੈ ਜੀ ਨਾਲ। ਰਹਾਉ ਦਾ ਵਿਸਰਾਮ ਲਾ ਕੇ ਪਰਮੇਸ਼ਰ ਜੀ ਕੀ ਦਇਆ ਕਰਦੇ ਨੇ। ਕਹਿੰਦੇ ਦਾਸਨ ਦਾਸੀ ਕੀ ਪਨਹਾਰ। ਕਹਿੰਦੇ ਦੇਖ, ਜਿਹੜੀ ਸੁਹਾਗਣ ਆਪਣੇ ਪਤੀ ਪ੍ਰਮਾਤਮਾ ਦੇ ਨਾਲ ਮਿਲੀ ਹੋਈ ਹੈ, ਉਹਦੇ ਗੁਣਾਂ, ਉਹਦੇ ਕੋਲੋਂ ਗੁਣ ਧਾਰਨ ਕਰ, ਉਹਦੇ ਕੋਲੋਂ ਗੁਣ ਲੈ, ਗੁਣ ਧਾਰਨ ਕਰਕੇ, ਔਰ ਉਸ ਦਾ ਅਹਿਸਾਨ ਕਦੀ ਭੁੱਲੀ ਨਾ। ਤੂੰ ਉਹਦੀ ਸੇਵਾਦਾਰ ਬਣ ਜਾ, ਪਾਣੀ ਭਰਨ ਵਾਲੀ ਬਣ ਜਾ ਉਹਦੀ। ਉਨਕੀ ਰਹਿਣ ਬਸੇ ਜੀ ਨਾਲ। ਉਹਦੇ ਚਰਨਾਂ ਦੀ ਜਿਹੜੀ ਧੂੜ ਹੈ ਉਹ ਸਦਾ ਆਪਣੇ ਮਸਤਕ ਨੂੰ ਲਾ, ਆਪਣੇ ਨਾਲ ਆਪਣੇ ਅੰਦਰ ਵਸਾ ਕੇ ਰੱਖ। ਮਾਥੇ ਪਾਗ ਤਾਂ ਪਾਵੂੰ ਸੰਗ ਮਿਲੇ ਸੁਆਮੀ ਆਪਣੇ ਰੰਗ। ਇਸ ਤਰ੍ਹਾਂ ਸੰਗਤ ਦੇ ਵਿੱਚੋਂ ਜਾਂ ਜਿਸ ਵੇਲੇ ਆਪਾਂ ਉਸ ਤਰ੍ਹਾਂ ਦੇ ਜੀਵਾਂ ਨੂੰ ਟੋਲਣਾ ਸ਼ੁਰੂ ਕਰ ਦਿੰਦੇ ਹਾਂ, ਜਿਨ੍ਹਾਂ ਰਾਹੀਂ ਸਾਨੂੰ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ, ਜਿਹੜੇ ਸਾਨੂੰ ਸਹੀ ਸਰੂਪ ਦੇ ਵਿੱਚ ਉਹ ਦਾਤਾ ਨਿਰੰਕਾਰ ਦੇ ਨਾਲ ਮਿਲਾਪ ਦਿੰਦੇ ਨੇ। ਪਰਮੇਸ਼ਰ ਜੀ ਕਹਿੰਦੇ ਨੇ ਉਹ ਪ੍ਰਾਪਤ ਉਦੋਂ ਹੁੰਦੇ ਨੇ ਜਦੋਂ ਤੇਰੇ ਭਾਗ ਜੇ ਚੰਗੇ ਹੋ ਜਾਂਦੇ ਨੇ। ਜਦੋਂ ਤੇਰੇ ਚੰਗੇ ਭਾਗ ਹੋਣਗੇ ਤਾਂ ਹੀ ਤੇਰਾ ਉਹਨਾਂ ਦੇ ਨਾਲ ਮਿਲਾਪ ਹੋਵੇਗਾ। ਮਿਲੇ ਸੁਆਮੀ ਆਪਣੇ ਰੰਗ। ਫਿਰ ਉਹ ਜਿਹੜੇ ਜੀਵ ਹੁੰਦੇ ਹਨ ਉਹ ਪਰਮੇਸ਼ਰ ਨਾਲ ਮਿਲੇ ਹੋਏ ਹੁੰਦੇ ਨੇ, ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਰੰਗ ਰਤੜੇ ਹੁੰਦੇ ਨੇ, ਤੇ ਤੈਨੂੰ ਵੀ ਉਹ ਉਦੋਂ ਰੰਗ ਦੇ ਵਿੱਚ ਰੰਗਣ ਦਾ ਗਿਆਨ ਦੇ ਦੇਣਗੇ। ਤੇਰੇ ਅੰਦਰ ਵੀ ਪ੍ਰੇਮ ਦਾ ਚਿਰਾਗ ਜਗਾ ਦੇਣਗੇ ਉਸ ਪਤੀ ਪ੍ਰਮਾਤਮਾ ਵਾਸਤੇ। ਜਾਪ ਤਾਪ ਦੇਵੂ ਸਭ ਨੇਮਾ
ਕਰਮ ਧਰਮ ਅਰਪੂ ਸਭ ਹੋਮਾ। ਅਨੇਕਾਂ ਲੋਕ ਨੇ ਜਿਹੜੇ ਭਾਈ ਜਾਪ ਕਰਦੇ ਨੇ ਵੱਖਰੇ ਵੱਖਰੇ ਤਰ੍ਹਾਂ ਦੇ। ਕੋਈ ਜੰਗਲਾਂ ਦੇ ਵਿੱਚ ਜਾ ਕੇ, ਕੋਈ ਪੁੱਠਾ ਲਟਕ ਕੇ ਤਪ ਕਰਦਾ ਤੇ ਕਹਿੰਦੇ ਦੇਵੂ। ਅਨੇਕਾਂ ਜਿਹੜੇ ਨੇ ਉਹ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ ਦੇਵਤੇ ਸਮਝ ਕੇ ਉਹਨਾਂ ਨੂੰ ਪੂਜੀ ਜਾਂਦੇ ਨੇ ਤੇ ਬੜੇ ਤਰ੍ਹਾਂ ਦੇ ਨੇਮ ਕਰਦੇ ਨੇ, ਜਿੱਦਾਂ ਜਾਣੀ ਕਿ ਹੋਮ ਜਗ ਕਰ ਲੈਣਾ ਔਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈਣਾ। ਧਰਮ ਦੇ ਬੜੇ ਇਸ ਤਰ੍ਹਾਂ ਦੇ ਉਹ ਨੇਮ ਕਰਦੇ ਹਨ। ਕਹਿੰਦੇ ਜਪ ਤਪ ਦਿਓ ਸਭ ਨੇਮਾ, ਕਰਮ ਧਰਮ ਅਰਪੂ ਸਭ ਹੋਮਾ। ਦੇਖੋ ਭਾਈ, ਇਹ ਸਾਰੇ ਜਿਹੜੇ ਉੱਪਰ ਲਿਖੇ ਹੋਏ ਨੇ ਜਿਹੜੇ ਕਿ ਨਹੀਂ ਜਪ ਤਪ ਨੇ, ਕਹਿੰਦੇ ਮੈਂ ਇਹਨਾਂ ਦੀ ਮੈਨੂੰ ਕਰਨ ਦੀ ਜ਼ਰੂਰਤ ਨਹੀਂ। ਮੈਂ ਤਾਂ ਇਹ ਉਸ ਪਿਆਰੇ ਦੇ ਅੱਗੇ ਜਾ ਕੇ ਸਭ ਕੁਝ ਰੱਖ ਦੇਵਾਂ, ਉਸ ਨੂੰ ਭੇਟ ਕਰ ਦੇਵਾਂ ਜਿਹੜਾ ਮੈਨੂੰ ਪਰਮੇਸ਼ਰ ਨਾਲ ਮਿਲਣ ਦਾ ਗਿਆਨ ਦੇਵੇ, ਰਸਤਾ ਮਾਰਗ ਦਿਖਾ ਦੇਵੇ। ਗਰਭ ਮੋਹ ਤਜ ਹੋਵੂ ਰੇਨ, ਉਨਕੇ ਸੰਗ ਦੇਖੂ ਪ੍ਰਭ ਨੈਣ। ਗਰਭ ਮੋਹ ਤਜ ਹੋਵਨ ਰੇਨ, ਕਹਿੰਦੇ ਹੰਕਾਰ ਛੱਡ ਦੇ। ਗਰਭ ਹੰਕਾਰ ਹੋ ਗਿਆ, ਰੇਨ ਹੰਕਾਰ ਛੱਡ, ਮੋਹ ਛੱਡ ਦੇ ਤੇ ਸਾਰਿਆਂ ਦੀ ਰੇਨ ਚਰਨਾਂ ਦੀ ਧੂੜ ਬਣ ਜਾ। ਉਹ ਜਿਹੜੇ ਮਿਲੇ ਹੋਏ ਨੇ, ਜਿਹੜੀਆਂ ਸੁਹਾਗਨ ਆਤਮਾਵਾਂ ਨੇ, ਉਹਨਾਂ ਦੇ ਤੂੰ ਚਰਨਾਂ ਦੀ ਖਾਕ ਬਣ ਜਾ। ਕਹਿੰਦੇ ਉਨਕੇ ਸੰਗ ਦੇਖੂ ਪ੍ਰਭ ਨੈਣ, ਕਹਿੰਦੇ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਸੁਹਾਗਣਾ ਦੀ ਸੰਗਤ ਦੇ ਵਿੱਚ ਬੈਠ ਕੇ ਇਹਨਾਂ ਅੱਖਾਂ ਦੇ ਨਾਲ ਤੂੰ ਆਪਣੇ ਪਤੀ ਪ੍ਰਮਾਤਮਾ ਨੂੰ ਦੇਖ ਸਕੇਂਗੀ। ਨਿਮਖ ਨਿਮਖ ਇਹੀ ਆਰਾਧੋ, ਦਿਨ ਸਰੈਣੇ ਸੇਵਾ ਸਾਧੋ। ਕਹਿੰਦੇ ਨਿਮਖ ਨਿਮਖ, ਹਰ ਵੇਲੇ ਅੱਖ ਝਮਕਣ ਜਿੰਨਾ ਸਮਾਂ ਉਹਨੂੰ ਨਿਮਖ ਕਹਿੰਦੇ ਨੇ। ਕਹਿੰਦੇ ਨਿਮਖ ਨਿਮਖ ਇਹੀ ਇਰਾਦੋ, ਦਿਨ ਰਾਤ ਮੈਂ ਉਹ ਪਰਮੇਸ਼ਰ ਦੀਆਂ ਮਿਲੀਆਂ ਹੋਈਆਂ ਆਤਮਾ ਦੀ ਸੇਵਾ ਤੇ ਉਹਨਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਗਿਆਨ ਉਹਦੇ ਰਾਹੀਂ ਸਾਧਨਾ ਕਰਦੀ ਹੀ ਰਹਾ। ਦਿਨ ਸਰੈਣ ਇਹ ਸੇਵਾ ਸਾਧੂ, ਦਿਨ ਰਾਤ ਮੈਂ ਉਹਨਾਂ ਸੁਹਾਗਣਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਦੀ ਸੇਵਾ ਕਰਦੀ ਰਹਾ। ਪੈ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ ਨਾਨਕ ਬਖਸ਼ਿੰਦ। ਜਿਨ੍ਹਾਂ ਦੇ ਉੱਤੇ ਬਖਸ਼ਣਹਾਰ ਨਿਰੰਕਾਰ ਵਾਹਿਗੁਰੂ ਜੀ ਦਇਆਵਾਨ ਦਿਆਲੂ ਹੋ ਜਾਂਦੇ ਹਨ ਭਾਈ, ਉਹ ਸਾਧ ਸੰਗਤ ਨਾਨਕ ਬਖਸ਼ਿੰਦ, ਉਹਨਾਂ ਨੂੰ ਜੀ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ। ਉਹ ਫਿਰ ਸਦਾ ਹੀ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪ ਕੇ ਦੱਸੇ ਉਹ ਮਾਰਗ ਤੇ ਚਲੇ ਜਾਂਦੇ ਨੇ। ਉਹ ਫਿਰ ਬਖਸ਼ੇ ਜਾਂਦੇ ਨੇ ਇਸ ਸੰਸਾਰ ਦੇ ਉੱਤੇ। ਆਸਾ ਮਹਿਲਾ ਪੰਜਵਾਂ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨ ਕੋਏ। ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਨੇ ਵੀ ਭਾਈ ਪ੍ਰਮਾਤਮਾ ਦੀ ਜਿਹੜੀ ਪ੍ਰੀਤੀ ਹੈ, ਪ੍ਰੇਮ ਹੈ, ਜਿਹੜਾ ਤੁਸੀਂ ਉਸ ਦੇ ਨਾਲ ਕਰਦੇ ਹੋ, ਜੋ ਉਹਦੇ ਹੁਕਮ ਤੇ ਰਜ਼ਾ ਭਾਣੇ ਦੇ ਵਿੱਚ ਚੱਲਦੇ ਹੋ, ਉਹਦੇ ਨਾਲ ਹੀ ਸਾਰੇ ਸੁੱਖ ਪ੍ਰਾਪਤ ਹੋਏ ਨੇ ਤੁਹਾਨੂੰ। ਉਹਦੇ ਨਾਲ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਈ, ਪਰਮੇਸ਼ਰ ਦੀ ਪ੍ਰੀਤੀ ਦੇ ਕਾਰਨ ਕੋਈ ਦੁੱਖ ਤੇ ਰੋਗ ਸੋਗ ਲਾਗੇ ਨਹੀਂ ਆਉਂਦਾ। ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ, ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ। ਪਰਮੇਸ਼ਰ ਦੀ ਪ੍ਰੀਤੀ ਦਾ ਸਦਕਾ ਮੇਰੇ ਅੰਦਰੋਂ ਹੰਗਤਾ ਮਮਤਾ ਹਉਮੈ ਦੀ ਮੈਲ ਸਾਰੀ ਖਤਮ ਹੋ ਗਈ, ਦੂਰ ਹੋ ਗਈ। ਔਰ ਉਹਦੀ ਪ੍ਰੀਤ ਹੀ ਹੈ ਜਿਹੜੀ ਇਹ ਮੈਲ ਨੂੰ ਦੂਰ ਕਰ ਸਕਦੀ ਹੈ। ਪ੍ਰੀਤ ਪ੍ਰੇਮ, ਨਾਮ ਜਪਣਾ, ਸੇਵਾ ਕਰਨੀ, ਇਹ ਪਰਮੇਸ਼ਰ ਨਾਲ ਪ੍ਰੀਤੀ ਪਾਉਣ ਵਾਲੀ ਹੈ। ਮੈਂ ਮੇਰੀ ਅੰਦਰੋਂ ਖਤਮ ਕਰ ਦੇਣੀ। ਪ੍ਰਭ ਕੀ ਪ੍ਰੀਤ ਸਦਾ ਸਦ ਨਿਰਮਲ ਹੋਏ, ਪਰਮੇਸ਼ਰ ਦੀ ਪ੍ਰੀਤੀ ਦੇ ਕਾਰਨ ਹੀ ਜੀਵ ਜਿਹੜਾ ਹੈ ਭਾਈ ਸਦਾ ਮਨ ਕਰਕੇ ਤਨ ਕਰਕੇ ਨਿਰਮਲ ਹੋ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਨ ਕਟ ਕਟ ਆਧਾਰ। ਸੁਨੋ ਮੀਤ, ਇਹਦਾ ਮਤਲਬ ਮੇਰੇ ਮਿੱਤਰੋ, ਹੁਣ ਇਸ ਸੰਸਾਰ ਦੇ ਸਾਰਾ ਸੰਸਾਰ ਪਰਮੇਸ਼ਰ ਦੇ ਗਿਆਨ ਵਾਸਤੇ ਹੀ ਭਾਈ ਤੁਰਿਆ ਫਿਰਦਾ ਹੈ। ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਨਿਰੰਕਾਰ ਦੇ ਘਰ ਦਰ ਦੇ ਵਿੱਚ ਜਿਨ੍ਹਾਂ ਦਾ ਜਨਮ ਹੋ ਗਿਆ। ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਮਾਰਗ ਉਹਨਾਂ ਨੂੰ ਦੇ ਰਹੇ ਨੇ, ਪਰਮੇਸ਼ਰ ਨੂੰ ਮਿਲਣ ਵਾਸਤੇ ਸਾਰਾ ਗਿਆਨ ਦੇ ਰਹੇ ਨੇ। ਇਸ ਕਰਕੇ ਕਹਿੰਦੇ ਦੇਖੋ ਸੰਸਾਰ ਦੇ ਮਿੱਤਰੋ, ਇਹ ਕਹਿੰਦੇ ਸੁਣੋ ਮੀਤ ਐਸਾ ਪ੍ਰੇਮ ਪਿਆਰ, ਇਸ ਤਰ੍ਹਾਂ ਦਾ ਪ੍ਰੇਮ ਤੇ ਪਿਆਰ ਉਸ ਪਰਮੇਸ਼ਰ ਦੇ ਨਾਲ ਪਾਉਣਾ ਚਾਹੀਦਾ। ਜੀ ਪ੍ਰਾਣ ਘਟ ਘਟ ਆਧਾਰ, ਜਿੰਨੇ ਵੀ ਜੀਵ ਨੇ, ਜਿੰਨੀਆਂ ਆਤਮਾਵਾਂ ਨੇ, ਜੋ ਕੁਦਰਤ ਹੈ ਉਸਦੀ ਸਾਰੇ ਘਟਾਂ ਦੇ ਵਿੱਚ ਉਸ ਦਾ ਰੂਪ ਦੇਖੋ, ਕਿਉਂਕਿ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਆਪ ਹਨ। ਰਹਾਉ
प्रभ की प्रीत पै सगल निधान, प्रभ की प्रीत हृदय निर्मल नाम। ਪਰਮੇਸ਼ਰ ਦੀ ਪ੍ਰੀਤੀ ਕਾਰਨ ਕਰਕੇ ਹੀ ਗੁਰਮੁਖਾਂ ਨੂੰ ਸਾਰੇ ਖਜ਼ਾਨੇ ਜਿਹੜੇ ਕਹਿੰਦੇ ਨੇ ਵੀ ਜਾਣੀ ਕਿ ਨਿਦਾਨ ਸਾਰੇ ਖਜ਼ਾਨੇ ਉਹਨਾਂ ਨੂੰ ਪ੍ਰਾਪਤ ਹੋਏ ਹਨ। ਪ੍ਰਭੂ ਦੀ ਪ੍ਰੀਤੀ ਕਰਕੇ ਹੀ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ। ਉਹ ਨਾਮ ਦੇ ਨਾਲ ਉਹ ਨਿਰਮਲ ਹੋ ਗਿਆ। ਉਹ ਪ੍ਰਭੂ ਦੀ ਕਿਰਪਾ ਦੇ ਨਾਲ ਪ੍ਰੀਤੀ ਦੇ ਕਾਰਨ ਹੀ ਗੁਰਮੁਖਾਂ ਦੇ ਅੰਦਰ ਇਹ ਨਿਰਮਲ ਨਾਮ ਵਸਦਾ। प्रभ की प्रीत सद शोभावंत, प्रभ की प्रीत सब मिटी है चिंत। ਪਰਮੇਸ਼ਰ ਦੀ ਪ੍ਰੀਤੀ ਕਾਰਨ ਕਰਕੇ ਹੀ ਗੁਰਮੁਖਾਂ ਨੂੰ ਸ਼ੋਭਾ ਮਿਲਦੀ ਸੰਸਾਰ ਦੇ ਉੱਤੇ। ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ। ਪ੍ਰਭੂ ਦੀ ਪ੍ਰੀਤੀ ਕਰਨ ਦੇ ਨਾਲ ਸਾਰੀਆਂ ਚਿੰਤਾ ਮਿਟ ਗਈਆਂ। प्रभ की प्रीत एहो पव जल तरੈ, प्रभ की प्रीत जमते नहीं डरै। ਪਰਮੇਸ਼ਰ ਦੀ ਪ੍ਰੀਤੀ ਕਰਨ ਦੇ ਨਾਲ ਭਾਈ ਜੀਵ ਸੰਸਾਰ ਸਮੁੰਦਰ ਤੋਂ ਉਤਰ ਜਾਂਦਾ। ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੇ। ਪਰਮੇਸ਼ਰ ਦੀ ਪ੍ਰੀਤੀ ਦੇ ਕਾਰਨ ਕਰਕੇ ਪ੍ਰੇਮ ਪਾਉਣ ਦੇ ਨਾਲ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠ ਕੇ ਅਰਦਾਸਾਂ ਬੇਨਤੀਆਂ ਕਰ ਕਰਕੇ ਨਾਮ ਜਪਣ ਦੇ ਨਾਲ ਸੇਵਾ ਕਰਨ ਦੇ ਨਾਲ ਜਮਾਂ ਦਾ ਵੀ ਫਿਰ ਡਰ ਨਹੀਂ ਰਹਿੰਦਾ। प्रभ की प्रीत सगल उधारै, प्रभ की प्रीत चलै संगारै। ਜਿਹੜੀ ਪਰਮੇਸ਼ਰ ਦੀ ਪ੍ਰੀਤੀ ਹੈ ਭਾਈ ਉਹ ਸਾਰਿਆਂ ਨੂੰ ਹੀ ਤਾਰਦੀ ਹੈ। ਜਿਹਨੇ ਵੀ ਪ੍ਰੀਤੀ ਪਾ ਲਈ ਇੱਥੇ ਨਾ ਤਾਂ ਕੋਈ ਜਾਤ ਦੇਖੀ ਜਾਂਦੀ ਹੈ, ਨਾ ਇੱਥੇ ਧਨ ਨਿਰਧਨ ਦੇਖਿਆ ਜਾਂਦਾ ਹੈ, ਨਾ ਕੋਈ ਰਾਜਾ ਤੇ ਨਾ ਕੋਈ ਜਿਹੜਾ ਭਿਖਾਰੀ ਹੈ ਉਹ ਦੇਖਿਆ ਜਾਂਦਾ। ਹਰ ਇੱਕ ਨੂੰ ਪਰਮੇਸ਼ਰ ਜੀ ਇੱਕ ਰੂਪ ਦੇ ਨਾਲ ਹੀ ਦੇਖਦੇ ਹਨ। ਕੋਈ ਵੀ ਪਰਮੇਸ਼ਰ ਨਾਲ ਪ੍ਰੀਤੀ ਪਾ ਲਵੇ, ਉਹਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰ ਪਵੇ ਭਾਈ, ਉਹ ਸੰਸਾਰ ਤੋਂ ਤਰ ਜਾਂਦਾ। ਇਸੇ ਕਰਕੇ ਪਰਮੇਸ਼ਰ ਜੀ ਕਹਿੰਦੇ ਪਰਮੇਸ਼ਰ ਦੀ ਪ੍ਰੀਤੀ ਪ੍ਰੇਮ ਦੇ ਨਾਲ ਜਿਹਦਾ ਵੀ ਪ੍ਰੇਮ ਪੈ ਗਿਆ ਉਹ ਭਾਈ ਤਰ ਗਿਆ ਇੱਥੋਂ, ਉਹ ਤਰ ਜਾਂਦਾ। ਪਰਮੇਸ਼ਰ ਦੀ ਪ੍ਰੀਤੀ ਹੀ ਸਾਰਿਆਂ ਨੂੰ ਤਾਰਦੀ ਹੈ। ਪ੍ਰਭ ਕੀ ਪ੍ਰੀਤ ਚਲੇ ਸੰਘਾਰੇ। ਜਿਹੜੀ ਪਰਮੇਸ਼ਰ ਅਕਾਲ ਪੁਰਖ ਦੀ ਪ੍ਰੀਤੀ ਹੈ ਉਸ ਸਮੇਂ ਦੇ ਵਿੱਚ ਨਾਲ ਚੱਲਦੀ ਹੈ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਹੀ ਚੱਲਦੀ ਹੈ। ਜਾਣੀ ਕਿ ਸੰਘਾਰੇ ਦਾ ਮਤਲਬ ਹੁੰਦਾ ਸੰਗ, ਹਰ ਵੇਲੇ ਅੰਗ ਸੰਗ ਰਹਿੰਦੀ। ਜਾਣੀ ਕਿ ਇੱਥੇ ਉਹ ਬਚਨ ਫਿਰ ਦੁਬਾਰਾ ਲਾਗੂ ਹੁੰਦਾ, ਪ੍ਰਭ ਮੇਰੇ ਸੰਗ ਸਦਾ ਹੈ ਨਾਲੇ, ਗੁਰ ਕਾ ਬਚਨ ਜੀ ਨਾਲ ਸੰਭਾਲੇ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਹਿੰਦੇ ਇਸ ਕਾਰਨ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਪ੍ਰਭ ਕੀ ਨਾ ਪ੍ਰੀਤ ਪਰਮੇਸ਼ਰ ਨਾਲ ਪ੍ਰੀਤ ਕਰਨ ਦੇ ਨਾਲ ਪਰਮੇਸ਼ਰ ਮਨੁੱਖ ਦਾ ਸਦਾ ਸਾਥੀ ਬਣਿਆ ਰਹਿੰਦਾ। ਆਪੋ ਕੋਈ ਮਿਲੇ ਨ ਭੂਲੈ, ਜਿਸ ਕਿਰਪਾਲ ਤਿਸ ਸਾਧ ਸੰਗ ਕੂਲੈ। ਜੇ ਕੋਈ ਇਹ ਗੱਲ ਕਹੇ ਕਿ ਮੈਂ ਉਹ ਪਰਮੇਸ਼ਰ ਨਾਲ ਪ੍ਰੀਤੀ ਜੋੜਨੀ ਹੈ ਪਰ ਮੈਂ ਨਾਮ ਨਹੀਂ ਜਪਣਾ, ਆਹ ਨਹੀਂ ਕਰਨਾ, ਜੇ ਨਹੀਂ ਕਰਨਾ, ਕਹਿੰਦੇ ਦੇਖ ਏਦਾਂ ਉਹ ਨਹੀਂ ਮਿਲ ਸਕਦੇ ਤੁਸੀਂ, ਤੇ ਨਾ ਹੀ ਜਾਣੀ ਕਿ ਤੁਸੀਂ ਕੁਰਾਹੇ ਆਪਣੇ ਆਪ ਪੈ ਸਕਦੇ। ਇਹ ਤਾਂ ਤੁਹਾਡੇ ਕਰਮ ਜਿਹੜੇ ਨੇ, ਲੇਖ ਜਿਹੜੇ ਨੇ, ਉਹਨਾਂ ਦੇ ਵਿੱਚੋਂ ਜਿਹੜੇ ਕਰਮ ਬਣਦੇ ਨੇ ਉਹ ਕਰਮਾਂ ਦੇ ਹਿਸਾਬ ਦੇ ਨਾਲ ਉਹ ਆਪੇ ਹੀ, ਜਿਹਨੂੰ ਆਪ ਕੋਈ ਮਿਲੇ ਨਾ ਭੁੱਲੇ। ਕਹਿੰਦੇ ਆਪਣੇ ਆਪ ਨਾ ਕੋਈ ਮਿਲਦਾ ਤੇ ਨਾ ਕੋਈ ਭੁੱਲਦਾ। ਇਹ ਤਾਂ ਪਰਮੇਸ਼ਰ ਉਹਦੇ ਜਿਹੜੇ ਕਰਮ ਕਰ ਰਿਹਾ ਉਹ ਦੇਖਦਾ। ਜਿਹੜੇ ਤਾਂ ਜੀਵ ਭਾਈ ਉਹ ਕਰਮ ਕਰਦੇ ਨੇ ਜਿਹੜੇ ਪਰਮੇਸ਼ਰ ਦੇ ਮਾਰਗ ਦੇ ਉੱਤੇ ਲੈ ਕੇ ਤੁਰਦੇ ਨੇ, ਪਰਮੇਸ਼ਰ ਜੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਜਿਹੜੇ ਭਾਈ ਉਹ ਕਰਮ ਕਰਦੇ ਨੇ ਜਿਹੜੇ ਨਰਕਾਂ ਵੱਲ ਨੂੰ ਲੈ ਕੇ ਜਾਂਦੇ ਨੇ, ਪਰਮੇਸ਼ਰ ਜੀ ਉਹਨਾਂ ਨੂੰ ਆਪ ਹੀ ਭੁਲਾ ਦਿੰਦੇ ਨੇ, ਉਹ ਤੇ ਉਹ ਫਿਰ ਨਰਕਾਂ ਦੇ ਹੀ ਵਸਨੀਕ ਬਣ ਜਾਂਦੇ ਹਨ। ਕਹਿੰਦੇ ਆਪੋ ਮਿਲੇ ਆਪੋ ਕੋਈ ਨਾ ਮਿਲੇ ਨਾ ਭੂਲੇ, ਜਿਸ ਕਿਰਪਾਲ ਤਿਸ ਸਾਧ ਸੰਗ ਕੂਲੇ। ਕਹਿੰਦੇ ਇਸ ਕਾਰਨ ਕਰਕੇ ਜਿਨ੍ਹਾਂ ਉੱਤੇ ਦਇਆਵਾਨ ਦਿਆਲੂ ਕਿਰਪਾਲੂ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਕਰ ਦਿੰਦੇ ਨੇ, ਉਹ ਵੀ ਸਤ ਸੰਗਤ ਦੇ ਵਿੱਚ ਘੁਲ ਮਿਲ ਜਾਂਦਾ ਹੈ। ਉਹ ਜਾਣ ਕੇ ਸੰਗਤ ਦੇ ਰੂਪ ਦੇ ਵਿੱਚ ਸੰਗਤ ਸਰੂਪ ਹੀ ਬਣ ਜਾਂਦਾ, ਸੰਗਤ ਦਾ ਹਿੱਸਾ ਬਣ ਜਾਂਦਾ। ਕਹੋ ਨਾਨਕ ਤੇਰੇ ਕੁਰਬਾਨ, ਸੰਤ ਓਟ ਪ੍ਰਭ ਤੇਰਾ ਤਾਣ। ਇਹ ਵਾਹਿਗੁਰੂ ਜੀ, ਇਹ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰੰਕਾਰ ਜੀਓ, ਪਰਮੇਸ਼ਰ ਜੀਓ, ਮੈਂ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ। ਸੰਤ ਓਟ ਪ੍ਰਭ ਤੇਰਾ ਤਾਣ। ਇਹ ਜਿਹੜੇ ਸੰਤ ਮਹਾਤਮਾ ਨੇ ਉਹਨਾਂ ਦੇ ਵਿੱਚ ਵੀ ਤੇਰਾ ਹੀ ਬਲ ਹੈ, ਉਹ ਵੀ ਉਹਨਾਂ ਦੇ ਉੱਤੇ ਤੇਰੀ ਹੀ ਕਿਰਪਾ ਹੈ। ਉਹਨਾਂ ਦੇ ਅੰਦਰ ਜੋ ਤਾਕਤ ਹੈ ਉਹ ਤੇਰੀ ਹੀ ਹੈ। ਆਸਾ ਮਹਿਲਾ ਪੰਜਵਾਂ, ਭੂਪਤ ਹੋਏ ਕੈ ਰਾਜ ਕਮਾਇਆ,
ਕਰ ਕਰ ਅਨਰਥ ਬਿਹਾਜੀ ਮਾਇਆ। ਮਾਲਕ ਨੇ ਕਿਰਪਾ ਕਰ ਦਿੱਤੀ, ਕਿਸੇ ਦੇ ਕੋਈ ਪਿਛਲੇ ਕੀਤੇ ਹੋਏ ਲੇਖਾਂ ਅਨੁਸਾਰ ਪਰਮੇਸ਼ਰ ਨੇ ਉਸ ਨੂੰ ਇੱਥੇ ਇੱਕ ਰਾਜਾ ਬਣਾ ਦਿੱਤਾ, ਭੂਪਤ ਪ੍ਰਿਥਵੀ। ਇਸ ਸੰਸਾਰ ਦੇ ਉੱਤੇ ਉਸ ਨੂੰ ਰਾਜਾ ਬਣਾ ਦਿੱਤਾ, ਪਰ ਉਹ ਰਾਜਾ ਇੰਨਾ ਮਾਇਆ ਦੇ ਵਿੱਚ ਖੁੱਭ ਗਿਆ, ਕਰ ਕਰ ਅਨਰਥ, ਵੱਡੇ ਵੱਡੇ ਪਾਪ ਕਮਾ ਕੇ, ਵੱਡੇ ਵੱਡੇ ਗਰੀਬਾਂ ਨੂੰ ਦੁੱਖ ਦੇ ਕੇ, ਤਾਂ ਉਹ ਖੂਬ ਮਾਇਆ ਇਕੱਠੀ ਕਰੀ ਜਾਂਦਾ, ਖਜ਼ਾਨੇ ਭਰੀ ਜਾਂਦਾ। ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ। ਖੇਡ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ, ਸਭ ਹਰ ਜਗ੍ਹਾ ਤੇ ਵਰਤ ਰਹੀ। ਕਹਿੰਦੇ ਉਹ ਜੀਵ ਰਾਜਾ ਜਿਹੜਾ ਮਾਇਆ ਇਕੱਠੀ ਕਰ ਕਰਕੇ ਉਹਨੇ ਥੈਲੀਆਂ ਭਰ ਲਈਆਂ, ਥੈਲੀਆਂ, ਪਰ ਅੰਤ ਦੇ ਸਮੇਂ ਦੇ ਉੱਤੇ ਉਹ ਨਾਲ ਤਾਂ ਕੁਝ ਨਾ ਲੈ ਕੇ ਜਾ ਸਕਿਆ। ਪਰ ਪਰਮੇਸ਼ਰ ਨੇ ਕੀ ਕੀਤਾ, ਕਹਿੰਦੇ ਉਸ ਪ੍ਰਭ ਉਸ ਤੇ ਡਾਰ ਅਵਰ ਕੋ ਦੇਨੇ, ਉਹ ਸਾਰਾ ਕੁਝ ਜਿਹੜਾ ਸੀ ਦੂਸਰਿਆਂ ਨੂੰ ਦੇ ਦਿੱਤਾ। ਤਕਰੀਬਨ ਇਹ ਕਈ ਵਾਰ ਸੰਗਤ ਦੇ ਵਿੱਚ ਬਚਨ ਕਰੀਦਾ ਹੈ। ਪੰਜਾਬ ਤੋਂ ਸੇਵਾ ਕਰਕੇ ਆਏ, ਉੱਥੇ ਕਿਸੇ ਨੇ ਇੱਕ ਸਵਾਲ ਕਰ ਦਿੱਤਾ ਦਾਸਾਂ ਨੂੰ, ਆਖਣ ਲੱਗੇ ਬਾਬਾ ਜੀ ਆ ਜਿਹੜੀ ਅਸੀਂ ਮਾਇਆ ਇਕੱਠੀ ਕਰਦੇ ਆ ਨਾ, ਜਾਂ ਬੈਂਕਾਂ ਦੇ ਵਿੱਚ ਰੱਖੀ ਜਾਂਦੇ, ਜਾਂ ਜੜ ਕੇ ਬਸ ਨੱਠੇ ਭੱਜੇ ਦਿਨ ਰਾਤ ਅਸੀਂ ਇਸ ਮਾਇਆ ਦੇ ਕਾਰਨ, ਕੀ ਇਹ ਮਾਇਆ ਸਾਡੇ ਨਾਲ ਲੋਕ ਤੋਂ ਪਰਲੋਕ ਜਾ ਸਕਦੀ ਜਾਂ ਨਹੀਂ? ਤਾਂ ਉੱਥੇ ਜਿੰਨੇ ਵੀ ਜੀਵ ਨਾਲ ਬੈਠੇ ਸਨ ਸਾਰੇ ਕਹਿੰਦੇ ਕਿੱਦਾਂ ਦਾ ਸਵਾਲ ਤੂੰ ਭਾਈ ਕਰ ਦਿੱਤਾ, ਇਹ ਮਾਇਆ ਤਾਂ ਇੱਕ ਪਾਸੇ ਰਹਿ ਗਈ, ਤੇਰਾ ਤਾਂ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ, ਇਹਨੇ ਵੀ ਮਿੱਟੀ ਦੀ ਢੇਰੀ ਹੋ ਜਾਣਾ, ਇਹਨੇ ਸਵਾਹ ਬਣ ਜਾਣਾ। ਅੱਛਾ, ਅਸੀਂ ਨਾ ਜੋ ਵੀ ਬਚਨ ਆਪ ਜੀ ਦੇ ਨਾਲ ਕਰਦੇ ਹੁੰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਨੂੰ ਮੁੱਖ ਰੱਖ ਕੇ ਕਰੀਦਾ ਹੈ, ਉਹਦੇ ਉੱਤੇ ਭਰੋਸਾ ਰੱਖਿਆ ਹੋਇਆ ਹੈ। ਬਣਿਆ ਬਣਾ ਲਿਆ, ਉਹਨੇ ਆਪੇ ਬਣਾ ਲਿਆ, ਪਤਾ ਨਹੀਂ ਕੀ ਦਇਆ ਕਰ ਦਿੱਤੀ ਦੋਨਾਂ ਤੇ ਸਾਡੇ, ਉਹਨੇ ਭਰੋਸਾ ਬਣਾ ਦਿੱਤਾ। ਜਿੱਦਾਂ ਕਹਿੰਦੇ ਨਾ ਭਾਈ ਸਾਲੋ ਦੀ, ਤੁਸੀਂ ਬਹੁਤ ਵਾਰ ਸਾਖੀ ਸੁਣੀ ਹੈ, ਭਾਈ ਸਾਲੋ ਜੀ ਕਹਿੰਦੇ ਹੁਕਾ ਦਿੱਤਾ, ਡੰਡੋਰਾ ਪੜ ਦਿੱਤਾ, ਭਾਈ ਮੇਰੇ ਦਰ ਤੇ ਜਿਹੜਾ ਆਵੇਗਾ ਉਹ ਪਾਥੀ ਲੈ ਕੇ ਆ ਜਾਵੇ, ਮੈਂ ਉਹਨੂੰ ਪੁੱਤ ਦੇ ਦੇਵਾਂਗਾ। ਪਾਥੀ ਦੇ ਰਾਹੀਂ ਪੁੱਤ, ਅੱਜ ਵੀ ਉਹ ਸਥਾਨ ਸ੍ਰੀ ਅੰਮ੍ਰਿਤਸਰ ਦੇ ਵਿੱਚ ਉਸੇ ਤਰ੍ਹਾਂ ਹੀ ਸ਼ਸ਼ੋਭਤ ਹੈ। ਅੱਜ ਵੀ ਗੁਰੂ ਕੀ ਸੰਗਤ ਜਿਨ੍ਹਾਂ ਦੇ ਘਰ ਦੇ ਵਿੱਚ ਔਲਾਦ ਨਹੀਂ, ਉਹ ਪਾਥੀਆਂ ਲੈ ਕੇ ਉੱਥੇ ਜਾਂਦੇ ਨੇ ਅੱਜ ਵੀ। ਅੱਛਾ, ਜਦੋਂ ਇਹ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਭਾਈ ਸਾਲੋ ਨੇ ਤਾਂ ਭਾਈ ਆ ਹੋਕਾ ਬਣਵਾ ਦਿੱਤਾ, ਡੌਂਡੀ ਪਟਵਾ ਦਿੱਤੀ ਵੀ ਪਾਥੀ ਦੇ ਬਦਲੇ ਪੁੱਤ ਲੈ ਲਓ ਭਾਈ, ਪਾਥੀ ਦੇ ਬਦਲੇ ਪੁੱਤ ਲੈ ਲਓ, ਤੇ ਭਾਈ ਸਾਲੋ ਨੂੰ ਪਰਮੇਸ਼ਰ ਜੀ ਨੇ ਸੱਦ ਲਿਆ। ਆਖਣ ਲੱਗੇ, ਉਹ ਭਾਈ ਸਾਲੋ ਆ ਕੀ ਤੂੰ ਕਰ ਦਿੱਤਾ, ਤੂੰ ਟੰਡੋਰਾ ਪਟਾ ਦਿੱਤਾ ਕਿ ਪਾਥੀ ਦੇ ਬਦਲੇ ਪੁੱਤ, ਇੰਨੇ ਪੁੱਤ ਸਸਤੇ ਕਰ ਦਿੱਤੇ, ਇਹ ਕਿਦਾਂ ਬਈ? ਤੇ ਆਖਣ ਲੱਗਾ, ਮਹਾਰਾਜ ਤੁਹਾਡੇ ਤੇ ਭਰੋਸਾ ਹੀ ਇੰਨਾ ਸਾਡਾ, ਉਹ ਤੁਹਾਡੇ ਉੱਤੇ ਮਾਣ ਹੀ ਸਾਨੂੰ ਇੰਨਾ ਤੁਹਾਡੇ ਭਰੋਸੇ ਦੇ ਕਾਰਨ ਕਰਕੇ ਸਾਨੂੰ ਪਤਾ ਗੁਰੂ ਕੇ ਸਿੱਖ ਦਾ ਬਚਨ ਪਰਮੇਸ਼ਰ ਕਦੀ ਖਾਲੀ ਨਹੀਂ ਜਾਣ ਦਿੱਤਾ। ਭਰੋਸਾ ਹੀ ਤੁਹਾਡੇ ਤੇ ਨਾ ਇੰਨਾ, ਤੁਸੀਂ ਮੇਰਾ ਵੀ ਬਚਨ ਕਦੀ ਖਾਲੀ ਨਹੀਂ ਜਾਣਾ, ਤੁਹਾਡੇ ਭਰੋਸੇ ਕਰਕੇ ਅਸੀਂ ਇਹ ਪੁੱਤ ਵੰਡੀ ਜਾਣੇ। ਮਾਲਕ ਤੇਰੇ ਘਰ ਦੇ ਵਿੱਚ ਪੁੱਤ ਹੈ ਨਹੀਂ? ਕਹਿੰਦੇ ਬਹੁਤ ਹੈ, ਜਾ ਭਾਈ ਸਾਲੋ ਇਸੇ ਤਰ੍ਹਾਂ ਹੋਕਾ ਦਿੰਦਾ ਜਾ। ਜਦੋਂ ਭਾਈ ਜਿਸ ਵੇਲੇ ਜੀਵ ਇਹ ਇਸ ਤਰ੍ਹਾਂ ਕਰਦਾ ਤੇ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ, ਇਹ ਜਿਹੜਾ ਮਾਇਆ ਜਿਹੜੀ ਅਸੀਂ ਪਰਮੇਸ਼ਰ ਤੋਂ ਵਾਂਝੇ ਰਹਿ ਕੇ ਪਰਮੇਸ਼ਰ ਨੂੰ ਭੁੱਲ ਕੇ ਇਕੱਠੀ ਕਰਦੇ ਹਾਂ, ਤੇ ਉਹ ਪਰਮੇਸ਼ਰ ਅੱਜ ਕਿਸੇ ਦੀ ਕੱਲ ਕਿਸੇ ਹੋਰ ਦੀ ਬਣਾ ਦਿੰਦਾ। ਕਾਚ ਗਗਰੀਆ ਅੰਬ ਮਝਰੀਆ, ਗਰਭ ਗਰਭ ਆਹੂੰ ਮਹਿ ਪਰਿਆ। ਕਾਚ ਗਗਰੀਆ, ਕੱਚੀ ਗਾਗਰ ਐ ਸਰੀਰ, ਅੰਬ ਪਾਣੀ, ਤੇ ਮਜਰੀਆ ਮਿੱਝ ਵਿੱਚ। ਕਹਿੰਦੇ ਦੇਖੋ ਭਾਈ, ਇਹ ਜਿਹੜੀ ਕੱਚੀ ਗਾਗਰ ਹੈ, ਮਿੱਝ ਦੀ ਬਣੀ ਹੋਈ, ਪਾਣੀ ਦੀ ਬਣੀ ਹੋਈ ਹੈ, ਇਹ ਤਾਂ ਕੱਚੀ ਗਾਗਰ ਇਹਨੇ ਇੱਕ ਦਿਨ ਖੁਰ ਜਾਣਾ, ਇਸਨੇ ਖਤਮ ਹੋ ਜਾਣਾ ਹੈ। ਗਰਭ ਗਰਭ ਆਹੂੰ ਮੈਂ ਪਰਿਆ। ਇਸ ਕਰਕੇ ਜੇ ਤੈਨੂੰ ਇਸ ਦਾ ਗਿਆਨ ਹੋ ਜਾਵੇ ਵੀ ਤੈਂ ਇੱਕ ਦਿਨ ਇਦੂ ਸੰਸਾਰ ਤੋਂ ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਿਹੋ ਰਾਜਾ ਰਾਣਾ, ਤੇ ਕਹਿੰਦੇ ਭਾਈ ਫਿਰ ਕੀ ਹੋਏਗਾ, ਇਹ ਤੈਨੂੰ ਤੇਰੇ ਅੰਦਰ ਜਿਹੜਾ ਹੰਕਾਰ ਹੈ ਨਾ, ਇਹਨੂੰ ਪਾਲਣ ਪੋਸਣ ਦਾ, ਉਹ ਖਤਮ ਹੋ ਜਾਵੇਗਾ। ਕਿਉਂਕਿ ਗਰਭ ਗਰਭ ਆਹੂੰ ਮੈਂ ਭਰਿਆ। ਤੂੰ ਕਹਿੰਦੇ ਕੀ ਕਰ ਰਿਹਾ, ਕੱਚੇ ਘੜੇ ਨੂੰ ਜਿੱਦਾਂ ਪਾਣੀ ਦੇ ਵਿੱਚ ਰੱਖਿਆ, ਤੇ ਸੋਚੀਏ ਇਹ ਕੱਚਾ ਘੜਾ ਨਹੀਂ ਖੁਰਨਾ,
ਤੂੰ ਵੀ ਇਸੇ ਤਰ੍ਹਾਂ ਦੇਹ ਨੂੰ ਸਵਾਰੀ ਜਾਣਾ। ਇਹ ਦੇਹ ਦੇ ਮਾਲਕ ਨੂੰ ਤੂੰ ਕਦੀ ਜਪਦਾ ਨਹੀਂ। ਕਹਿੰਦੇ ਇਸ ਕਰਕੇ ਸਰੀਰ ਦੇ ਪਾਲਣ ਪੋਸ਼ਣ ਦੇ ਵਿੱਚ ਲੱਗਾ ਹੋਇਆ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਉੱਥੇ ਕਿਸੇ ਨੇ ਸਵਾਲ ਕਰ ਦਿੱਤਾ ਕਿ ਇਹ ਮਾਇਆ ਜਿਹੜੀ ਹੈ ਇਹ ਐਦੂ ਸੰਸਾਰ ਤੋਂ ਪਰਲੋਕ ਜਾ ਸਕਦੀ? ਸਾਰੇ ਆਖਣ ਲੱਗੇ ਨਾ ਕਿੱਦਾਂ ਦੀਆਂ ਗੱਲਾਂ ਕੰਡ ਹੈ। ਮਹਾਰਾਜ ਨੇ ਸਾਡੇ ਕੋਲੋਂ ਬਚਨ ਖਿਲਾਇਆ ਵੀ ਹਾਂ ਭਾਈ ਜਾ ਸਕਦੀ ਹੈ। ਹੁਣ ਉਹ ਸਾਰੇ ਦੇਖਣ ਆਖਣ ਲੱਗੇ ਬਾਬਾ ਜੀ ਇਹ ਕਿੱਦਾਂ ਹੋ ਸਕਦਾ, ਇਹ ਤਾਂ ਸਰੀਰ ਵੀ ਨਾਲ ਨਹੀਂ ਜਾਣਾ, ਤੁਸੀਂ ਮਾਇਆ ਦੀ ਗੱਲ ਕਰ ਰਹੇ ਹੋ। ਅਸੀਂ ਬੇਨਤੀ ਕੀਤੀ ਵੀ ਜਿਹੜੀ ਮਾਇਆ ਸਤਿਗੁਰ ਜੀਂਦੇ ਜੀ ਸਤਿਗੁਰ ਦੇ ਤੇ ਸਤਿਗੁਰ ਦੀ ਸੰਗਤ ਲੋੜਵੰਦ ਇਨਸਾਨ ਦੀ ਸੇਵਾ ਦੇ ਵਿੱਚ ਲੱਗ ਗਈ, ਆਪਣੀ ਨਾ ਜਾਣ ਕੇ ਪਰਮੇਸ਼ਰ ਦੀ ਜਾਣ ਕੇ ਆਪ ਨੇ ਲੋੜਵੰਦ ਦਾ ਲੋੜਾਂ ਪੂਰੀਆਂ ਕਰ ਦਿੱਤੀਆਂ। ਭਾਈ ਇਹ ਮਾਇਆ ਦਰਗਾਹ ਦੇ ਵਿੱਚ ਤੇਰੇ ਨਾਲ ਜਾਵੇਗੀ, ਤੇਰੀ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ। ਤਾਂ ਫਿਰ ਕਹਿੰਦੇ ਜਿਹੜੇ ਦੂਸਰੇ ਲੋਕ ਨੇ ਉਹ ਬੇਨਤੀ ਕੀਤੀ ਦੂਸਰਿਆਂ ਦੀ ਵੀ ਜਾਵੇਗੀ ਨਾਲ। ਕਾਰਨ ਇਹ ਕਿ ਉਹਨਾਂ ਨੇ ਇੱਥੇ ਵਿਕਾਰ ਹੀ ਕੀਤੇ, ਸ਼ਰਾਬਾਂ ਪੀਤੀਆਂ, ਵੇਸ਼ਵਾ ਦੇ ਦੁਆਰੇ ਤੇ ਗਏ, ਜੂਏ ਖੇਲੇ ਔਰ ਹੋਰ ਅਨੇਕਾਂ ਤਰ੍ਹਾਂ ਦੇ ਭੈੜੇ ਕਰਮ ਕੀਤੇ, ਕਿਉਂਕਿ ਇਹ ਮਾਇਆ ਉਹਨਾਂ ਦੇ ਨਾਲ ਪਰਲੋਕ ਦੇ ਵਿੱਚ ਜਾਵੇਗੀ। ਜਿਸ ਧਰਮਰਾਜ ਦੇ ਮੋਹਰੇ ਜੀਵ ਪੇਸ਼ ਹੋਵੇਗਾ, ਇਹ ਮਾਇਆ ਜਿਹੜੀ ਹੈ ਜਿਹੜੀ ਗਲਤ ਪਾਸਿਆਂ ਦੇ ਉੱਤੇ ਵਰਤੀ ਗਈ, ਉਹ ਉੱਥੇ ਖੜ ਕੇ ਉਸ ਜੀਵ ਦੇ ਬਰਖਲਾਫ ਬਿਆਨਬਾਜ਼ੀ ਦੇਵੇਗੀ ਵੀ ਆ ਇਹਨੇ ਕੋ ਕਰਮ ਕੀਤੇ ਤੇ ਉਹ ਨਰਕਾਂ ਦਾ ਭਾਗੀ ਬਣ ਜਾਵੇਗਾ। ਇਸ ਕਾਰਨ ਕਰਕੇ ਭਾਈ ਇਹਦਾ ਆਪਾਂ ਨੂੰ ਇਹਦੂ ਚੀਜ਼ ਦਾ ਐਨ ਚੰਗੀ ਤਰ੍ਹਾਂ ਖਿਆਲ ਕਰਨਾ ਚਾਹੀਦਾ ਕਿ ਜੇ ਸਾਨੂੰ ਪਰਮੇਸ਼ਰ ਨੇ ਸੰਸਾਰ ਦੇ ਰਾਜੇ ਬਣਾ ਦਿੱਤਾ, ਅਸੀਂ ਉਹ ਰਾਜੇ ਬਣ ਕੇ ਵੀ ਦਾਨੀ ਬਣ ਕੇ ਰਹੀਏ, ਪ੍ਰਦਾਨ ਕਰਦੇ ਕਰਦੇ ਅਕਾਲ ਪੁਰਖ ਦਾ ਹੀ ਸ਼ੁਕਰਾਨਾ ਕਰੀਏ। ਇਹ ਮੇਰੇ ਮਾਲਕ ਸੱਚੇ ਪਾਤਸ਼ਾਹ, ਧੰਨ ਗੁਰੂ ਜੀ, ਤੁਸੀਂ ਮੈਨੂੰ ਉਹ ਲਾਈਨ 'ਚ ਖੜਾ ਕੀਤਾ ਜਿੱਥੇ ਦਾਨੀ ਖੜਦੇ ਨੇ, ਪਰ ਮੇਰਾ ਮੁਝ ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ, ਤੇਰਾ ਦਿੱਤਾ ਹੀ ਕਹਾਂ ਮੈਂ ਬਣ ਰਿਹਾ। ਜਿੱਦਾਂ ਭਾਈ ਸਾਲੋ ਨੇ ਪੂਰਨ ਭਰੋਸਾ ਗੁਰੂ ਤੇ ਰੱਖਿਆ, ਇਸੇ ਤਰ੍ਹਾਂ ਆਪਾਂ ਭਰੋਸਾ ਰੱਖ ਕੇ ਕਹਿੰਦੇ ਆ ਕਿ ਤੇਰੇ ਕੰਮ ਸਾਰੇ ਆ ਹੋ ਜਾਣਗੇ। ਗੁਰੂ ਦਾ ਸਿੱਖ ਪਰਮੇਸ਼ਰ ਉਤੇ ਇੰਨਾ ਭਰੋਸਾ ਕਰ ਲੈਂਦਾ ਹੈ। ਰਹਾਓ ਨਿਰਭਉ ਹੋਇਓ ਭਇਆ ਨਿਹੰਗਾ, ਚੇਤਨਾ ਆਇਓ ਕਰਤਾ ਸੰਗਾ। ਇਸ ਕਰਕੇ ਹੁਣ ਵਿਸਰਾਮ ਲਾ ਕੇ ਕਹਿੰਦੇ ਨੇ ਨਿਰਭਉ ਕਹਿੰਦੇ ਨੇ ਨਿਡਰ। ਭਾਈ ਇਹ ਜਿਹੜਾ ਜੀਵ ਹੈ, ਜਿਹੜਾ ਰਾਜਾ ਪਰਮੇਸ਼ਰ ਨੂੰ ਭੁੱਲ ਕੇ ਅਨੇਕਾਂ ਥੈਲੀਆਂ ਮਾਇਆ ਦੀਆਂ ਇਕੱਠੀਆਂ ਕਰ ਲਈਆਂ, ਜਿਹਦੇ ਬਾਰੇ ਪਰਮੇਸ਼ਰ ਨੇ ਦੱਸ ਵੀ ਦਿੱਤਾ ਵੀ ਅੰਤ ਨੂੰ ਕਿਸੇ ਹੋਰ ਦੀ ਹੋ ਜਾਣੀ ਹੈ, ਪਰ ਇਹ ਸਮਝਦਾ ਨਹੀਂ। ਇਹ ਨਿਡਰ ਹੋ ਕੇ, ਇਹ ਨਸੰਗ ਹੋ ਕੇ, ਢੀਠ ਬਣ ਕੇ, ਕਹਿੰਦੇ ਪਰਮੇਸ਼ਰ ਵੱਲੋਂ ਮੂੰਹ ਮੋੜ ਕੇ, ਮੌਤ ਵੱਲੋਂ ਡਰ ਕੇ, ਇਹ ਸਿਰਫ ਇਸ ਇਦੂ ਕੰਮ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਚੀਤ ਨਾ ਆਇਓ ਕਰਤਾ ਸੰਗਾ, ਮਾਇਆ ਦੇ ਮਗਰ ਭੱਜਾ ਫਿਰਦਿਆ ਆ, ਮਾਇਆ ਦੇ ਕਾਰਨ ਅਨੇਕਾਂ ਤਰ੍ਹਾਂ ਦੇ ਪਾਪ ਕਮਾ ਰਿਹਾ। ਨਾ ਮਾਇਆ ਦੇ ਕਾਰਨ ਹੀ ਕਿ ਇਹ ਉੱਥੇ ਦੀ ਜਿਹੜੀ ਉਹਦੀ ਖਲਕਤ ਹੈ ਉਹਨੂੰ ਇਹ ਤੰਗ ਕਰ ਰਿਹਾ ਹੈ, ਦੁੱਖ ਦੇ ਰਿਹਾ ਹੈ, ਪਰ ਇਹਨੂੰ ਜਿਹੜਾ ਕਰਤਾਰ ਹਰ ਦੇ ਅੰਦਰ ਵਸਦਾ ਹੈ ਉਹਦੇ ਬਾਰੇ ਬਿਲਕੁਲ ਕੋਈ ਗਿਆਨ ਨਹੀਂ। ਕਦੀ ਉਹਦੇ ਬਾਰੇ ਇਸ ਦੀ ਸੋਚ ਵੀ ਉਧਰ ਤੱਕ ਨਹੀਂ ਗਈ, ਜਿਹੜਾ ਹਰ ਵੇਲੇ ਪਰਮੇਸ਼ਰ ਅਕਾਲ ਪੁਰਖ ਸਾਰਿਆਂ ਦੇ ਅੰਗ ਸੰਗ ਹੈ। ਲਸਕਰ ਜੋੜੇ ਕੀਆ ਸੰਭਾਹਾ, ਨਿਕਸਿਆ ਫੂਕ ਤਾਂ ਹੋਏ ਗਇਓ ਸੁਆਹਾ। ਬੜੀਆਂ ਫੌਜਾਂ ਬਣਾ ਲਈਆਂ, ਲਸ਼ਕਰ ਫੌਜਾਂ ਨੂੰ ਕਹਿੰਦੇ ਨੇ, ਕਹਿੰਦਾ ਬੜੀਆਂ ਕਰ ਲਈਆਂ ਇਕੱਠੀਆਂ, ਬੜਾ ਕੁਝ ਬਣਾ ਲਿਆ। ਕਹਿੰਦੇ ਜੋੜੇ ਕੀਆ ਸੰਭਾਹਾ, ਕਹਿੰਦੇ ਬੜੇ ਜੋੜ ਕੇ ਸੈਨਾ ਜੋੜ ਕੇ ਬੜੀਆਂ ਸੈਨਾ ਇਕੱਠੀਆਂ ਕੀਤੀਆਂ, ਪਰ ਨਿਕਸਿਆ ਫੂਕ ਤਾਂ ਹੋ ਗਿਆ ਸੁਆਹਾ। ਕਹਿੰਦੇ ਫਿਰ ਕੀ ਹੋਇਆ? ਜਿਸ ਦੇ ਅੰਦਰੋਂ ਆਤਮਾ ਇੱਥੇ ਫੂਕ ਰਾਹੀਂ ਦੇਖੀ ਜਾਣ ਕੇ ਸਵਾਸ ਅਖੀਰਲਾ ਨਿਕਲ ਗਿਆ, ਅੱਗ ਦੀ ਸੇਜ ਦੇ ਤੈਨੂੰ ਪਾ ਦਿੱਤਾ, ਇਹ ਸਵਾਹ ਹੋ ਗਿਆ, ਖਤਮ ਹੋ ਗਿਆ। ਉਸ ਵੇਲੇ ਕੋਈ ਵੀ ਚੀਜ਼ ਇਹਦੇ ਸੰਗ ਨਾ ਹੋਈ। ਉੱਚੇ ਮੰਦਰ ਮਹਿਲ ਅਰ ਰਾਨੀ, ਹਸਤ ਕੋੜੇ ਜੋੜੇ ਮਨ ਪਾਨੀ। ਪਰ ਇਹ ਮੌਤ ਨੂੰ ਭੁੱਲ ਹੋ ਚੁੱਕਿਆ ਹੋਣ ਕਰਕੇ ਬੜੇ ਉੱਚੇ ਮੰਦਰ ਤੇ ਮਹੱਲ ਤੇ ਅਨੇਕਾਂ ਬੇਅੰਤ ਰਾਣੀਆਂ ਵੀ ਉਹਦੇ ਵਿੱਚ ਇਸ ਨੇ ਰੱਖੀਆਂ। ਹਸਤ ਘੋੜੇ ਜੋੜੇ ਮਨ ਭਾਣੀ, ਮਨ ਨੂੰ ਜਿਹੜੇ ਭਾਉਂਦੇ ਸਨ, ਸੋਹਣੇ ਲੱਗਦੇ ਹਾਥੀ ਘੋੜੇ, ਉਹ ਵੀ ਜੋੜਨਾ ਕੀਤੇ। ਵੱਡ ਪਰਿਵਾਰ ਪੂਤ ਅਰ ਧੀਆ, ਮੋਹੇ ਪਚੇ ਪਚ ਅੰਦਾ ਮੂਆ। ਵੱਡਾ ਪਰਿਵਾਰ, ਬੜੀਆਂ ਪੁੱਤਾਂ ਤੇ ਧੀਆਂ, ਜਿੱਦਾਂ ਰਾਵਣ ਦੀ 1 ਲੱਖ ਪੂਤ 1.25 ਲੱਖ ਨਾਤੇ, ਤੈ ਰਾਵਣ ਘਰ ਧੀਆ ਨਾ ਬਾਤੇ। ਅੱਜ ਕੋਈ ਉੱਥੇ ਦੀਵਾ ਜਗਾਉਣ ਵਾਲੇ ਨਹੀਂ, ਲੱਖਾਂ ਧੀਆਂ ਪੁੱਤ ਸਨ। ਇਹਦਾ ਵੀ ਵੱਡਾ ਪਰਿਵਾਰ ਸੀ, ਪਰ ਮੋਹੇ ਪਚੇ ਪਚ ਅੰਧ ਮੂਆ। ਕਹਿੰਦੇ ਇਹ ਪਰਿਵਾਰ ਦੇ ਮੋਹ ਦੇ ਵਿੱਚ ਖੱਪ ਕੇ ਪਰਮੇਸ਼ਰ ਤੋਂ
ਟੁੱਟ ਕੇ ਇਹ ਕਹਿੰਦੇ ਨੇ ਸਫਲ ਹੀ ਇਹ ਸੰਸਾਰ ਤੋਂ ਮਰ ਗਿਆ। ਜਿਨੇ ਉਪਾਹਾ ਤਿਨੇ ਬਿਨਾਹਾ ਰੰਗ ਰਸਾ ਜੈਸੇ ਸੁਪਨਾਹਾ। ਜਿਸ ਪਰਮੇਸ਼ਰ ਨੇ ਇਸ ਨੂੰ ਪੈਦਾ ਕੀਤਾ ਉਸ ਨੇ ਹੀ ਇਸ ਨੂੰ ਮਾਰ ਦਿੱਤਾ। ਜਿਨੇ ਉਪਾਹਾ ਜਿਨੇ ਬਣਾਇਆ ਤਿਨੇ ਬਿਨਾਹਾ ਉਸ ਨੇ ਹੀ ਇਸ ਨੂੰ ਫਨਾ ਕਰ ਦਿੱਤਾ, ਮਾਰ ਦਿੱਤਾ। ਰੰਗ ਰਸਾ ਜੈਸੇ ਸੁਪਨਾ, ਜਿਹੜਾ ਇਹ ਰੰਗਾਂ ਦੇ ਵਿੱਚ ਖੇਲ ਰਿਹਾ ਸੀ, ਰੰਗਾਂ ਦੇ ਰਸ ਮਾਣ ਰਿਹਾ ਸੀ, ਇਹ ਤਾਂ ਇਸ ਤਰ੍ਹਾਂ ਸੀ ਜਿੱਦਾਂ ਕੋਈ ਜੀਵ ਸੁਪਨੇ ਦੇ ਵਿੱਚ ਬੈਠਾ ਖੇਡਾਂ ਖੇਡਦਾ ਹੋਵੇ। ਸੁਪਨਾ ਟੁੱਟਿਆ ਤੇ ਇਹ ਸਾਰੀਆਂ ਖੇਡਾਂ ਵੀ ਟੁੱਟ ਗਈਆਂ। ਇਸ ਕਰਕੇ ਭਾਈ ਇਹ ਜੀਵ ਨੂੰ ਇਹਦੂ ਚੀਜ਼ ਦਾ ਸਦਾ ਧਿਆਨ ਰੱਖਣਾ ਚਾਹੀਦਾ, ਖਿਆਲ ਰੱਖਣਾ ਚਾਹੀਦਾ ਕਿ ਮੈਂ ਇਸ ਸੰਸਾਰ ਤੇ 4 ਦਿਨ ਦਾ ਪ੍ਰਾਹੁਣਾ ਹੀ ਹਾਂ, ਔਰ ਦਿਨ ਰਾਤ ਉਹ ਪਰਮੇਸ਼ਰ ਦੀ ਮੈਂ ਉਸਤਤ ਵਡਿਆਈ ਦੇ ਵਿੱਚ ਲੱਗ ਕੇ ਮੁੜ ਕੇ ਇਹ ਬੇਅੰਤ ਜਿਹੜੀਆਂ ਭਿਆਨਕ ਜੂਨਾਂ ਨੇ ਉਹਨਾਂ ਵਿੱਚ ਨਾ ਆਵਾਂ। ਸੋਈ ਮੁਕਤਾ ਤਿਸਰਾ ਜਮਾਲ ਨਾਨਕ ਦਾਸ ਜਿਸ ਖਸਮ ਦਇਆਲ। ਉਹੀ ਮੁਕਤ ਹੈ ਇਹਦੂ ਸੰਸਾਰ ਦੇ ਉੱਤੇ, ਉਸ ਦਾ ਹੀ ਰਾਜ ਜਿਹੜਾ ਹੈ ਭਾਈ ਉਹ ਸਫਲ ਹੈ। ਕਿਹਦਾ? ਜਿਹੜਾ ਪਰਮੇਸ਼ਰ ਦਾ ਦਾਸ ਹੋਵੇ, ਜਿਹਦੇ ਉੱਤੇ ਨਿਰੰਕਾਰ ਵਾਹਿਗੁਰੂ ਜੀ ਦਿਆਲੂ ਹੋ ਜਾਂਦੇ ਨੇ, ਉਸ ਦਾ ਅਸਲੀ ਰਾਜ ਭਾਗ ਜਿਹੜਾ ਹੈ ਉਹ ਸੰਸਾਰ ਦੇ ਉੱਤੇ ਸਦੀਆਂ ਵਾਸਤੇ ਲੋਕ ਰਾਜ ਜਿੱਤੇ ਕਰਦੇ ਨੇ। ਰਾਜੇ ਜਨਕ ਦੇ ਰਾਜ ਨੂੰ ਆਪਾਂ ਅੱਜ ਵੀ ਯਾਦ ਕਰਦੇ ਹਾਂ ਨਾ। ਤੇ ਜੋ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਿੱਖ ਕੌਮ ਵਾਸਤੇ ਜੋ ਰਾਜ ਕੀਤਾ, ਠੀਕ ਹੈ ਹਰ ਇੱਕ ਦੇ ਵਿੱਚ ਔਗਣ ਹੋਣਗੇ, ਪਰ ਜੋ ਕੁਛ ਉਸ ਨੇ ਗੁਰੂ ਘਰਾਂ ਵਾਸਤੇ, ਮਸਜਿਦਾਂ ਵਾਸਤੇ, ਮੰਦਿਰਾਂ ਵਾਸਤੇ ਔਰ ਗਿਰਜਿਆਂ ਵਾਸਤੇ ਕੀਤਾ ਭਾਈ, ਦੁਨੀਆ ਤੇ ਅੱਜ ਤੱਕ ਕਿਸੇ ਰਾਜੇ ਨੇ ਨਹੀਂ ਇਹ ਕੀਤਾ ਹੈ। ਇਸ ਕਰਕੇ ਆਪਾਂ ਸਦਾ ਹੀ ਵਡਿਆਈਆਂ ਇਸ ਤਰ੍ਹਾਂ ਦੇ ਪੁਰਸ਼ਾਂ ਦੀਆਂ ਕਰਦੀਆਂ ਹੀ ਰਹਾਂਗੇ। ਆਸਾ ਮਹਿਲਾ ਪੰਜਵਾਂ ਇਨਸਿਓ ਪ੍ਰੀਤ ਕਰੀ ਕਨੇਰੀ ਜੋ ਮਿਲੀਏ ਤੋਂ ਵਧੈ ਵਧੇਰੀ। ਇਹ ਭਾਈ ਇਹ ਜਿਹੜਾ ਲੋਕ ਸੰਸਾਰ ਦੇ ਉੱਤੇ ਆਉਂਦੇ ਨੇ ਨਾ, ਉਹ ਬਹੁਤ ਮਾਇਆ ਦੇ ਨਾਲ ਪ੍ਰੀਤੀ ਪਾ ਕੇ ਪਾਉਂਦੇ ਨੇ। ਤੂੰ ਇਸ ਮਾਇਆ ਦੇ ਨਾਲ ਬਹੁਤ ਪ੍ਰੀਤੀ ਪਾ ਕੇ ਬੈਠਾ, ਜਿਉਂ ਮਿਲਿਓ ਤੋਂ ਵਧੇ ਕਰੇ। ਜਿੱਦਾਂ ਜਿੱਦਾਂ ਮਾਇਆ ਜਾਦੀ ਵਧੀ ਜਾ ਰਹੀ ਆ, ਉਦਾਂ ਤੋਦਾ ਹੀ ਮੋਹ ਦੀਆਂ ਤੰਦਾਂ ਵੱਧਦੀਆਂ ਜਾ ਰਹੀਆਂ ਨੇ। ਉਸੇ ਤਰ੍ਹਾਂ ਹੀ ਇਹ ਮੋਹ ਵੱਧਦਾ ਜਾ ਰਿਹਾ। ਇਸੇ ਤਰ੍ਹਾਂ ਮਾਇਆ ਦੀਆਂ ਜਿਹੜੀਆਂ ਤੰਦਾਂ ਹੈ ਉਹ ਜ਼ਿਆਦੀਆਂ ਵੱਧਦੀਆਂ ਜਾਂਦੀਆਂ ਹਨ, ਪਰਮੇਸ਼ਰ ਤੋਂ ਦੂਰ ਲੈ ਕੇ ਜਾ ਰਹੀਆਂ ਨੇ। ਗਲ ਚਮੜੀ ਜੋ ਛੋੜੈ ਨਾਹੀ ਲਾਗ ਛੂਟੋ ਸਤਿਗੁਰ ਕੀ ਪਾਈ। ਜਿੱਦਾਂ ਆਹ ਗਲ ਹੈ, ਚਮੜੀ ਜਿਹੜੀ ਸਰੀਰ ਦੇ ਉੱਤੇ ਲੱਗੀ ਆ, ਇਹ ਕਦੀ ਛੱਡਦੀ ਨਹੀਂ, ਕਦੀ ਇਸ ਸਰੀਰ ਤੋਂ ਦੂਰ ਨਹੀਂ ਹੁੰਦੀ। ਇਹ ਉਸ ਵੇਲੇ ਦੂਰ ਹੁੰਦੀ ਜਦੋਂ ਅੱਗ ਦੀ ਸੇਕ ਦੇ ਉੱਤੇ ਸੌਂਦੇ ਆ, ਲੂਹੀ ਜਾਂਦੀ ਜਿਸ ਵੇਲੇ। ਪਰ ਕਹਿੰਦੇ ਇਸੇ ਤਰ੍ਹਾਂ ਹੀ ਮਾਇਆ ਚੁੰਬੜੀ ਹੋਈ ਹੈ, ਇਹਨੂੰ ਬਥੇਰੇ ਧੱਕੇ ਮਾਰਦੇ ਆ, ਇਹ ਪਰ ਪਰੇ ਨਹੀਂ ਹੁੰਦੀ, ਸਗੋਂ ਹੋਰ ਪ੍ਰੀਤੀ ਪਾਈ ਜਾਂਦੀ, ਹੋਰ ਸਾਡੇ ਨਾਲ ਇਹਦਾ ਮੋਹ ਪਈ ਜਾਂਦਾ ਹੈ। ਲਾਗ ਛੂਟੋ ਸਤਿਗੁਰ ਕੀ ਪਾਈ। ਪਰ ਇਹਨੂੰ ਜਿਹੜੇ ਇਹਦੇ ਕੋਲ ਬਚਣਾ ਚਾਹੁੰਦੇ ਨੇ ਉਹ ਕਿੱਦਾਂ ਫਿਰ ਬਚਦੇ ਨੇ? ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨ ਸ਼ਰਨ ਦੇ ਵਿੱਚ ਜਾਣ ਕੇ ਉਹ ਸਤਿਗੁਰ ਦੇ ਚਰਨਾਂ ਦੇ ਭੋਰੇ ਬਣ ਜਾਂਦੇ ਨੇ, ਉਹ ਫਿਰ ਇਸ ਮਾਇਆ ਤੋਂ ਛੁਟਕਾਰਾ ਪਾ ਲੈਂਦੇ ਹਨ। ਜਗ ਮੋਣੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀ ਵਧਾਈ। ਮੇਰੇ ਉੱਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਉਸ ਦੇ ਨਾਮ ਦੇ ਨਾਲ ਉਹਦੀ ਸੇਵਾ ਦੀ ਐਡੀ ਬਰਕਤ ਹੋ, ਤੇ ਇੰਨਾ ਮੈਨੂੰ ਉਸ ਸਤਿਗੁਰਾਂ ਨੇ ਗਿਆਨ ਦੇ ਦਿੱਤਾ ਕਿ ਇਹ ਜਿਹੜੀ ਸਾਰੇ ਸੰਸਾਰ ਨੂੰ ਮੋਹਣ ਵਾਲੀ ਮਾਇਆ ਸੀ, ਜਿਹੜੀ ਮੋਹਣੀ ਸੀ ਸਾਰੇ ਸੰਸਾਰ ਨੂੰ ਮੋਹਣ ਵਾਲੀ ਮਾਇਆ ਜਿਹੜੀ ਸੀ, ਮੈਂ ਛੱਡ ਕੇ ਗਵਾ ਦਿੱਤੀ, ਯਾਨੀ ਕਿ ਮੈਂ ਦੂਰ ਕਰ ਦਿੱਤਾ ਉਹਨੂੰ ਆਪਣੇ ਆਪ ਤੋਂ। ਨਿਰਗੁਣ ਮਿਲਿਓ ਵੱਜੀ ਵਧਾਈ। ਤੇ ਜਿਸ ਵੇਲੇ ਮੈਂ ਪ੍ਰਮਾਤਮਾ ਦੇ ਮਿਲਣ ਦੇ ਨਾਲ ਮੇਰੀ ਜੀਵ ਆਤਮਾ ਨਾਮ ਦੇ ਨਾਲ ਜੁੜ ਗਈ, ਜਿਸ ਵੇਲੇ ਮੇਰੀ ਜੀਵ ਆਤਮਾ ਪ੍ਰਮਾਤਮਾ ਦੇ ਨਾਲ ਉਹਦਾ ਮਿਲਾਪ ਹੋ ਗਿਆ, ਕਹਿੰਦਾ ਮੇਰੇ ਅੰਦਰ ਆਨੰਦ ਹੀ ਆਨੰਦ, ਵਧਾਈ ਦਾ ਮਤਲਬ ਦਾ ਆਨੰਦ ਹੀ ਆਨੰਦ ਹੋ ਗਿਆ। ਰਹਾਓ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਕਾਟ ਗ੍ਰਹਿ ਬਨ ਬਨ ਜੋ ਹੈ। ਇਹ ਮਾਇਆ ਤਾਂ ਭਾਈ ਇੰਨੀ ਮੋਹਣੀ ਹੈ, ਇੰਨੀ ਬਹੁਤ ਸੋਹਣੀ ਹੈ, ਇਹ ਤੁਰੰਤ ਇੱਕਦਮ ਚੁਟਕੀ ਵੀ ਨਹੀਂ ਮਾਰਨ ਦੀ ਜ਼ਰੂਰਤ, ਇਹਨੂੰ ਸਮੇਂ ਤੋਂ ਪਹਿਲਾਂ ਬੰਦੇ ਨੂੰ ਮੋਹ ਲੈਂਦੀ ਹੈ। ਬਾਟ ਘਾਟ ਗ੍ਰਹਿ ਬਨ ਬਨ ਜੋਹੇ। ਕਹਿੰਦੇ ਭਾਈ ਜਿਹੜੇ ਜੀਵ ਬਾਟ ਤੇ ਤੋਂ ਰਾਹ ਦੇ ਵਿੱਚ ਤੁਰੀ ਜਾਂਦੇ ਬੰਦੇ ਨੂੰ ਇਹ ਲੁੱਟ ਲੈਂਦੀ ਹੈ,
ਘਰਾਂ ਦੇ ਵਿੱਚ ਬੈਠਿਆਂ ਨੂੰ ਉਹ ਇਹ ਜੀਵਾਂ ਨੂੰ ਲੁੱਟ ਲੈਂਦੀ ਹੈ। ਭਾਵੇਂ ਕੋਈ ਜੰਗਲ ਬੀਆਬਾਨ ਦੇ ਵਿੱਚ ਭਗਤੀ ਕਰਦਾ ਹੋਵੇ ਉਹਨੂੰ ਵੀ ਇਹ ਮਾਇਆ ਲੁੱਟ ਲੈਂਦੀ ਹੈ ਭਾਈ। ਇਸ ਕਰਕੇ ਇਸ ਦੇ ਕੋਲੋਂ ਸਦਾ ਬਚਣ ਵਾਸਤੇ ਪਰਮੇਸ਼ਰ ਦੀ ਓਟ ਤੇ ਆਸਰਾ ਹੀ ਲੈਣਾ ਚਾਹੀਦਾ। ਮਨ ਤਨ ਲਾਗੈ ਹੋਏ ਕੈ ਮੀਠੀ, ਗੁਰ ਪ੍ਰਸਾਦ ਮੈਂ ਖੋਟੀ ਡੀਠੀ। ਇੰਨੀ ਇਹ ਮਿੱਠੀ ਜ਼ਹਿਰ ਹੈ, ਇਹ ਮਿੱਠਾ ਪਦਾਰਥ ਬਣ ਕੇ ਨਾ ਤਨ ਤੇ ਮਨ ਨੂੰ ਜੁੜੀ ਹੋਈ ਹੈ। ਇਹ ਮਨ ਤੇ ਤੁਹਾਨੂੰ ਆਣ ਕੇ ਚਿੰਬੜੀ ਆਈ ਆ। ਇਹ ਮਨ ਤੇ ਤੁਹਾਨੂੰ ਬੜੀ ਮਿੱਠੀ ਲੱਗਦੀ ਕਿਉਂਕਿ ਅਸੀਂ ਪਰਮੇਸ਼ਰ ਤੋਂ ਟੁੱਟੇ ਹੋਏ ਹਾਂ। ਕਹਿੰਦੇ ਗੁਰ ਪ੍ਰਸਾਦੀ ਮੈਂ ਖੋਟੀ ਦਿੱਤੀ, ਮੇਰੇ ਉੱਤੇ ਹੁਣ ਗੁਰੂ ਦੀ ਕਿਰਪਾ ਹੋ ਗਈ। ਇਹ ਖੋਟੀ ਮੈਨੂੰ ਉਹ ਵਸਤੂ ਦਿਸੀ ਜਿਹੜੀ ਪਰਮੇਸ਼ਰ ਤੋਂ ਮੈਨੂੰ ਦੂਰ ਲੈ ਕੇ ਜਾਂਦੇ ਸੀ। ਮੈਂ ਇਹਦੇ ਨਾਲੋਂ ਸਾਰੇ ਆਪਣੇ ਸੰਬੰਧ ਤੋੜ ਲਏ। ਅਗਰਕ ਉਸਕੇ ਵੱਡੇ ਠਗਾਓ, ਛੋੜੇ ਨਾਹੀ ਬਾਪ ਨਾ ਮਾਓ। ਅਗਰਕ ਅੱਗੇ ਅੱਗੇ ਤੁਰਨ ਵਾਲੇ ਜਿਨ੍ਹਾਂ ਦੇ ਪਿੱਛੇ ਜੀਵ ਤੁਰਦਾ, ਜਿਹਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਂ ਮਨ ਨੇ ਪਹਿਲਾਂ ਕਾਮ ਰੱਖਿਆ। ਜਿਹੜਾ ਇਹ ਕਾਮ ਹੈ ਭਾਈ, ਇਹ ਬਹੁਤ ਵੱਡਾ ਮੁਸੀਬਤ ਦੇਣ ਵਾਲਾ, ਦੁੱਖ ਦੇਣ ਵਾਲਾ ਪਰਮੇਸ਼ਰ ਨੇ ਦੈਂਤ ਬਣਾਇਆ। ਕਹਿੰਦੇ ਦੇਖੋ ਇਹ ਮਾਇਆ ਦਾ ਹੀ ਇੱਕ ਰੂਪ ਹੈ। ਇਹ ਜੜ ਕੇ ਕਾਮ ਦੇ ਅਧੀਨ ਬੰਦਾ ਹੋ ਕੇ ਇਹਦੇ ਮਗਰ ਮਗਰ ਤੁਰਿਆ ਹੀ ਜਾਂਦਾ। ਅਗਰ ਉਹ ਤੇ ਵੱਡੇ ਠਗਾਓ, ਇਹ ਉਹਨਾਂ ਨੂੰ ਠੱਗ ਲੈਂਦੀ ਆ। ਠੱਗ ਕੇ ਉਹਨਾਂ ਦੇ ਕੋਲ ਉਹ ਕਰਮ ਕਰਾਉਂਦੀ ਜਿਨ੍ਹਾਂ ਨਾਲ ਉਹਨਾਂ ਨੂੰ ਵੱਡੀਆਂ ਵੱਡੀਆਂ ਸਜ਼ਾਵਾਂ ਮਿਲ ਜਾਂਦੀਆਂ ਨੇ। ਛੋਡੇ ਨਾਹੀ ਬਾਪ ਨਾ ਮਾਓ, ਪਰ ਇਹ ਐਸੀ ਵੱਡੀ ਬਲਾ ਹੈ, ਇਹ ਤਾਂ ਮਾਂ ਬਾਪ ਵੀ ਨਹੀਂ ਛੱਡੇ। ਮਾਂ ਬਾਪ ਨੂੰ ਵੀ ਇਹ ਚੁੰਬੜੀ ਹੋ ਗਈ। ਮੇਲੀ ਆਪਣੇ ਉਨ ਲੈ ਬਾਂਦੇ, ਗੁਰ ਕਿਰਪਾ ਤੇ ਮੈਂ ਸਗਲੇ ਸਾਦੇ। ਮੇਲੀ ਆਪਣੇ ਜਿਨ੍ਹਾਂ ਨੇ ਇਸ ਨੂੰ ਆਪਣੇ ਮੇਲੀ ਸਾਥੀ ਸੰਗੀ ਬਣਾ ਲਿਆ ਕਹਿੰਦੇ, ਤੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇਸ ਨੇ ਭਾਰੀ ਭਾਰੀ ਸੰਗਲ ਰੱਸੇ ਪਾ ਕੇ ਬੰਨ ਲਿਆ। ਗੁਰ ਕਿਰਪਾ ਤੇ ਮੈਂ ਸਗਲੇ ਸਾਧੇ। ਕਹਿੰਦੇ ਦੇਖੋ ਭਾਈ ਗੁਰੂ ਦੀ ਕਿਰਪਾ ਦੇ ਨਾਲ ਹੁਣ ਉਹ ਜਦੋਂ ਜੀਵ ਇਹ ਗੱਲ ਆਖ ਰਿਹਾ, ਲੋਕ ਕਹਿੰਦੇ ਨੇ ਕਿ ਭਾਈ ਤੂੰ ਵੀ ਸਾਨੂੰ ਦੱਸ, ਤੂੰ ਇਹਦੇ ਕੋਲੋਂ ਬਚ ਗਿਆ? ਉਹ ਕਹਿੰਦੇ ਹਾਂ ਮੈਂ ਇਹਦੇ ਕੋਲੋਂ ਬਚ ਗਿਆ। ਕਿੱਦਾਂ ਬਚਿਆ? ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ। ਜਦੋਂ ਗੁਰੂ ਦੀ ਕਿਰਪਾ ਮੇਰੇ ਉੱਤੇ ਹੋ ਗਈ, ਮੈਂ ਇਸ ਸਾਰਿਆਂ ਨੂੰ ਆਪ ਕਾਬੂ ਕਰ ਲਿਆ। ਇਹ ਮਾਇਆ ਨੂੰ ਮੈਂ ਦਾਸੀ ਬਣਾ ਲਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮੈਂ ਆਪ ਬੰਨ ਕੇ ਇੱਕ ਪਿੰਜਰੇ ਦੇ ਵਿੱਚ ਪਾ ਦਿੱਤਾ। ਅਬ ਮੋਰੇ ਮਨ ਭਇਆ ਆਨੰਦ, ਪਉ ਚੂਕਾ ਟੁੱਟੇ ਸਭ ਫੰਦ। ਜਦੋਂ ਤੋਂ ਮੈਂ ਇਸ ਨੂੰ ਆਪ ਬੰਨ ਲਿਆ, ਆਪਣੀ ਨੁਕਰਾਣੀ ਬਣਾ ਲਿਆ, ਦਾਸੀ ਬਣਾ ਲਿਆ, ਔਰ ਇਹ ਵੱਡੇ ਦੈਂਤਾਂ ਨੂੰ ਮੈਂ ਬੰਨ ਕੇ ਰੱਸੇ ਦੇ ਵਿੱਚ ਇਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਸਿੱਟ ਦਿੱਤਾ। ਕਹਿੰਦੇ ਉਦੋਂ ਤੋਂ ਆਪ ਮੋਰੇ ਮਨ ਭਇਆ ਆਨੰਦ, ਮੇਰਾ ਮਨ ਉਦੋਂ ਤੋਂ ਆਨੰਦ ਹੀ ਆਨੰਦ, ਆਤਮਕ ਆਨੰਦ ਮੇਰੇ ਅੰਦਰ ਬਣਿਆ ਰਹਿੰਦਾ ਪਰਮੇਸ਼ਰ ਦੇ ਨਾਮ ਦੀ ਕਿਰਪਾ ਨਾਲ। ਪਹੁੰਚ ਚੁੱਕਾ ਟੂਟੇ ਸਭ ਬੰਦ, ਔਰ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ, ਉਹਦੇ ਨਾਮ ਦੀ ਬਰਕਤ ਨਾਲ ਸਾਰੇ ਡਰ ਖਤਮ ਹੋ ਗਏ, ਤੇ ਜਿਹੜੇ ਸਾਰੇ ਫੰਦੇ ਪਏ ਹੋਏ ਸਨ, ਰੱਸੇ ਪਏ ਹੋਏ ਸਨ ਮੋਹ ਮਾਇਆ ਦੇ ਜਾਲ ਦੇ, ਉਹ ਸਾਰੇ ਟੁੱਟ ਗਏ। ਕਹੋ ਨਾਨਕ ਜਾਂ ਸਤਿਗੁਰ ਪਾਇਆ, ਕਰ ਸਗਲਾ ਮੈਂ ਸੁਖੀ ਬਸਾਇਆ। ਕਹੋ ਨਾਨਕ ਜਾਂ ਸਤਿਗੁਰ ਪਾਇਆ, ਜਿਸ ਨੇ ਨਿਰੰਕਾਰ ਵਾਹਿਗੁਰੂ ਜੀ ਦਾ ਮੇਰੇ ਨਾਲ ਮਿਲਾਪ ਹੋ ਗਿਆ, ਕਹਿੰਦੇ ਤਦੋਂ ਤੋਂ ਮੈਂ ਆਪਣੇ ਇਸ ਘਰ, ਇਹ ਮੇਰਾ ਸਰੀਰ ਸਾਰਾ ਸੁਖ ਦੇ ਵਿੱਚ ਹੀ ਵਸਣਾ ਸ਼ੁਰੂ ਹੋ ਗਿਆ। ਇਸ ਕਰਕੇ ਹੁਣ ਮੇਰੇ ਅੰਦਰ ਆਨੰਦ ਹੀ ਆਨੰਦ ਭਾਈ ਬਣਿਆ ਰਹਿੰਦਾ ਹੈ। ਆਸਾ ਮਹਿਲਾ ਪੰਜਵਾਂ, ਆਠ ਪਹਿਰੇ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਨੇ ਵੀ ਭਾਈ ਸੰਸਾਰ ਦੇ ਸੰਤੋ ਪਿਆਰਿਓ, ਉਹ ਪ੍ਰਮਾਤਮਾ ਨੂੰ ਅੱਠੇ ਪਹਿਰ, ਉਸ ਪ੍ਰਮਾਤਮਾ ਨੂੰ ਨਾਲ ਜਾਣਦੇ ਰਹੋ। ਜੋ ਪ੍ਰਭ ਦਾ ਇੱਥੇ ਪਰਮੇਸ਼ਰ ਵੱਲੋਂ ਜੋ ਕਰਮ ਕੀਤੇ ਜਾ ਰਹੇ ਨੇ, ਜੋ ਪਰਮੇਸ਼ਰ ਜੀ ਕਰ ਰਹੇ ਨੇ, ਉਹਦੇ ਹੁਕਮ ਨੂੰ ਮਿੱਠਾ ਮਿੱਠਾ ਕਰਕੇ ਮੰਨਦੇ ਰਹੋ। ਜਿਹੜੇ ਭਾਈ ਪਰਮੇਸ਼ਰ ਨੂੰ ਹਰ ਵੇਲੇ ਆਪਣੇ ਅੰਗ ਸੰਗ ਜਾਣਦੇ ਨੇ, ਉਹ ਪਰਮੇਸ਼ਰ ਦਾ ਮਿੱਠਾ ਜਿਹੜਾ ਹੁਕਮ ਹੈ ਉਹਨੂੰ ਮਿੱਠਾ ਕਰਕੇ ਹੀ ਜਾਣਦੇ ਹਨ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਜਿਹੜੇ ਸੰਤ ਮਹਾਤਮਾ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਨੂੰ ਵੀ ਇੱਕ ਉਹ ਪਰਮੇਸ਼ਰ ਦੇ ਨਾਮ ਦਾ ਹੀ ਸਹਾਰਾ ਹੈ, ਆਸਰਾ ਹੈ, ਤੇ ਉਹ ਸੰਤ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਹਨ, ਜਿਨ੍ਹਾਂ ਨੂੰ ਸਹੀ ਸਰੂਪ ਚ ਗਿਆਨ ਹੋ ਜਾਂਦਾ ਸੰਤ ਦੇ ਮਾਰਗ ਦਾ।
संत रहत सुनो मेरे भाई, उहाँ की महिमा कथन न जाई। ਇਹ ਮੇਰੇ ਭਾਈ ਉਹ ਸੰਤਾਂ ਦੀ ਰਹਿਣੀ ਬਹਿਣੀ ਸੁਣਨਾ ਕਰੋ, ਉਹਨਾਂ ਦੀ ਉਸਤਤ ਵਡਿਆਈ ਸੁਣਨੀ ਕਰੋ। ਉਹਨਾਂ ਸੰਤਾਂ ਦੀ ਮਹਿਮਾ ਜਿਹੜੀ ਹੈ ਉਹ ਆਖੀ ਨਹੀਂ ਜਾਂਦੀ, ਜਿਹੜੇ ਸਤਿਗੁਰ ਦੇ ਵਿੱਚ ਅਭੇਦ ਹੋ ਚੁੱਕੇ। ਕੀ ਕਹਾਂਗੇ ਭਗਤ ਕਬੀਰ ਜੀ ਨੂੰ, ਆਪਾਂ ਕੀ ਕਹਾਂਗੇ ਭਗਤ ਨਾਮਦੇਵ ਜੀ ਨੂੰ, ਕੀ ਕਹਾਂਗੇ ਭਗਤ ਰਵਿਦਾਸ ਜੀ ਨੂੰ। ਉਹਨਾਂ ਦੀ ਉਸਤਤ ਵਡਿਆਈ ਕੀਤੀ ਨਹੀਂ ਜਾ ਸਕਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਆਪਣਾ ਉਹਨਾਂ ਨੇ ਅਸਥਾਨ ਪ੍ਰਗਟ ਕਰ ਲਿਆ। ਸਾਡੇ ਇਹ ਗੁਰੂ ਹੀ ਹਨ ਸਾਰੇ ਭਾਈ। ਕੀ ਕਿਸ ਤਰ੍ਹਾਂ ਕੀ ਅਸੀਂ ਇਹਨਾਂ ਤੋਂ ਜ਼ਿਆਦਾ ਗਿਆਨਵਾਨ ਹੋਵਾਂਗੇ ਤਾਂ ਹੀ ਉਹਨਾਂ ਦੀ ਫਿਰ ਆਪਾਂ ਉਸ ਜਾਣ ਕੇ ਕੁਝ ਉਹਨਾਂ ਬਾਰੇ ਬੋਲ ਸਕਾਂ। ਪਰ ਆਪਾਂ ਤਾਂ ਬਿਲਕੁਲ ਨਿਰਗੁਣ ਹਾਂ, ਆਪਾਂ ਅਗਿਆਨੀ ਹਾਂ, ਮਾਇਆ ਮੋਹ ਵਿੱਚ ਫਸੇ ਹੋਏ ਹਾਂ, ਹਨੇਰੇ ਦੇ ਵਿੱਚ ਜੀਵਨ ਬਤੀਤ ਕਰ ਰਹੇ ਆ। ਇਸ ਕਰਕੇ ਭਾਈ ਜਿਹੜੀ ਉਹ ਸੰਤ ਮਹਾਤਮਾ ਨੇ ਉਹਨਾਂ ਦਾ ਮਹਿਮਾ ਜਿਹੜੀ ਨਹੀਂ ਆਖੀ ਜਾ ਸਕਦੀ। ਰਹਾਓ ਵਰਤਣ ਜਾ ਕੈ ਕੇਵਲ ਨਾਮ, ਆਨੰਦ ਰੂਪ ਕੀਰਤਨ ਬਿਸਰਾਮ। ਹੁਣ ਸਤਿਗੁਰੂ ਜੀ ਕਹਿੰਦੇ ਨੇ ਉਹ ਜਿਹੜੇ ਸੰਤ ਮਹਾਤਮਾ ਨੇ ਉਹਨਾਂ ਦਾ ਵਰਤਣ ਜੋ ਵਰਤਦੇ ਨੇ, ਕਹਿੰਦੇ ਦਿਨ ਰਾਤ ਉਹ ਪਰਮੇਸ਼ਰ ਦਾ ਨਾਮ ਹੀ ਵਰਤਦੇ ਨੇ, ਨਾਮ ਹੀ ਜਪਦੇ ਨੇ। ਕਹਿੰਦੇ ਆਨੰਦ ਰੂਪ ਕੀਰਤਨ ਵਿਸਰਾਮ, ਪਰਮੇਸ਼ਰ ਦੀ ਕੀਰਤੀ ਦੇ ਵਿੱਚ ਉਹ ਵਿਸਰਾਮ ਕਰਦੇ ਹਨ। ਜਾਣੀ ਕਿ ਸੌਂਦੇ ਵੀ ਜਿਹਨੇ ਉਹਦੀ ਵੀ ਪਰਮੇਸ਼ਰ ਦੀ ਕੀਰਤੀ ਦੇ ਵਿੱਚ ਹੀ ਸੌਂਦੇ ਨੇ, ਪਰਮੇਸ਼ਰ ਦੀ ਉਸਤਤ ਦੇ ਵਿੱਚ ਹੀ। ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਇਹ ਭਗਤਾਂ ਦਾ ਭਾਈਚਾਰ, ਭਗਤਾਂ ਦੀ ਚਾਲ ਨਿਰਾਲੀ ਹੈ। ਤਾਂ ਕਹਿੰਦੇ ਇਸ ਕਾਰਨ ਕਰਕੇ ਉਹ ਵਿਸਰਾਮ ਵੀ ਥੋੜਾ ਹੀ ਕਰਦੇ ਹਨ, ਪਰ ਜਿਹੜਾ ਕਰਦੇ ਵੀ ਹਨ ਉਹ ਵੀ ਪਰਮੇਸ਼ਰ ਦੀ ਉਸਤਤ ਵਡਿਆਈ ਦੇ ਵਿੱਚ ਹੀ ਕਰਦੇ ਹਨ। ਮਿੱਤਰ ਸਤਰ ਜਾ ਕੈ ਏਕ ਸਮਾਨ, ਪ੍ਰਭ ਆਪਣੇ ਬਿਨ ਅਵਰ ਨ ਜਾਣੈ। ਉਹ ਆਪਣੇ ਮਿੱਤਰਾਂ ਨੂੰ ਤੇ ਆਪਣੇ ਸ਼ਤਰੂਆਂ ਨੂੰ ਇੱਕ ਸਾਰ ਹੀ ਜਾਣਦੇ ਨੇ, ਇੱਕ ਬਰੋਬਰ ਹੀ ਜਾਣਦੇ ਨੇ, ਕਿਉਂਕਿ ਉਹ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਦੇਖਦੇ ਨੇ। ਪ੍ਰਭ ਨੇ ਆਪਣੇ ਬਿਨ ਅਵਰ ਨਾ ਜਾਣੇ, ਹਰ ਇੱਕ ਦੇ ਅੰਦਰ ਪਰਮੇਸ਼ਰ ਨੂੰ ਦੇਖਦੇ ਨੇ ਔਰ ਪਰਮੇਸ਼ਰ ਦੇ ਨੂੰ ਹੀ ਜਾਣਦੇ ਨੇ, ਉਹ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦੇ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਇਸ ਤਰ੍ਹਾਂ ਦੇ ਮਹਾਤਮਾ ਜਨ ਜਿਹੜੇ ਨੇ ਭਾਈ, ਉਹਨਾਂ ਦਾ ਜਿਹੜਾ ਉਪਦੇਸ਼ ਆ ਉਹ ਕੋਟਾਨ, ਜਿਹੜੇ ਕਿ ਬੇਅੰਤ ਬੇਅੰਤ ਜਿਹੜੇ ਕਰੋੜਾਂ ਹੀ ਪਾਪ ਕੱਟਣ ਵਾਲਾ ਹੈ। ਕਹਿੰਦੇ ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਕਹਿੰਦੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੇ ਨੇ। ਤੇ ਜਿਹੜਾ ਜੀਆਂ ਦਾ ਦਾਤਾ ਹੈ ਉਹਦਾ ਨਾਮ ਉਹਨਾਂ ਦੇ ਰਾਹੀਂ ਆਪਾਂ ਨੂੰ ਪ੍ਰਾਪਤ ਹੋ ਜਾਂਦਾ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਕਹਿੰਦੇ ਉਹ ਬੜੇ ਸੂਰਬੀਰ ਨੇ, ਬਚਨਾਂ ਦੇ ਬਲੀ ਨੇ, ਜੋ ਬਚਨ ਕਹਿ ਦਿੱਤਾ ਸੋ ਕਰ ਦਿੱਤਾ। ਭਾਈ ਮਤੀ ਦਾਸ ਨੂੰ ਜਿਸ ਵੇਲੇ ਪੁੱਛਿਆ ਗਿਆ ਨਾ ਭਈ ਤੈਨੂੰ ਅੰਤ ਦੇ ਉੱਤੇ ਕੀ ਤੇਰੀ ਖਾਸ਼ ਪੂਰੀ ਕਰ ਦਈਏ, ਆਖਣ ਲੱਗੇ ਦੁਨੀਆ ਦੇ ਸਾਰੇ ਰੰਗ ਢੰਗ ਦੇਖ ਲੈ, ਬੜੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਹਰ ਚੀਜ਼ ਦੇਖ ਲਈ, ਇੱਕ ਆਰੇ ਦਾ ਰੰਗ ਢੰਗ ਨਹੀਂ ਦੇਖਿਆ ਵੀ ਇਹ ਕਿੰਨਾ ਇਹਦੇ ਨਾਲ ਪਿਆਰ ਪੈਣਾ, ਕਿੰਨਾ ਇਹ ਪਿਆਰਾ ਲੱਗਦਾ। ਮੇਰਾ ਮੁਖ ਮੇਰੇ ਗੁਰੂ ਵੱਲ ਨੂੰ ਕਰਕੇ ਮੇਰੇ ਸੀਸ ਤੇ ਆਰਾ ਚਲਾਇਓ। ਇਹ ਨੇ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤੀ। ਮੂੰਹ ਚੋਂ ਸੀਨ ਹੀ ਨਿਕਲੀ, ਜਪਜੀ ਸਾਹਿਬ ਦਾ ਜਾਪ ਨਿਕਲਿਆ। ਉਹ ਨੇ ਸੂਰਬੀਰ, ਸੂਰਬੀਰ ਬਚਨ ਕੇ ਬਲੀ, ਜੋ ਕਹਿਤਾ ਸੋ ਕਹਿਤਾ। ਕਦੀ ਵੀ ਪਰਮੇਸ਼ਰ ਦੇ ਨਾਲੋਂ ਪ੍ਰੀਤੀ ਨੇ ਥੋੜੀ ਵਾਧੂ ਪਾਈ। ਕਹਿੰਦੇ ਕੌਲਾ ਬਪਰੀ ਸੰਤੀ ਸ਼ਰੀ, ਜਿਹੜੀ ਕੌਲਾ ਕਹਿੰਦੇ ਨੇ ਭਾਈ ਲక్ష్ਮੀ ਨੂੰ, ਮਾਇਆ, ਇਹਨਾਂ ਨੂੰ ਮਾਇਆ ਨੂੰ ਇਹਨੇ ਝੂਠੀ ਸਮਝਿਆ, ਝੂਠੀ ਸਮਝ ਕੇ ਉਸ ਮਾਇਆ ਨੂੰ ਇਹਨਾਂ ਨੇ ਛਲ ਲਿਆ, ਜਾਣੀ ਕਿ ਆਪਣੀ ਦਾਸੀ ਬਣਾ ਲਿਆ। ਤਾਂ ਕਾ ਸੰਗ ਬਾਸ਼ੈ ਸੁਰਦੇਵ, ਅਮੋਗ ਦਰਸ ਸਫਲ ਜਾਂ ਕੀ ਸੇਵ। ਇਸ ਤਰ੍ਹਾਂ ਦੇ ਜਿਹੜੇ ਮਹਾਤਮਾ ਜਾਣੇ ਨੇ, ਕਹਿੰਦੇ ਤਾਂ ਕਾ ਸੰਗ ਬਾਸ਼ੈ ਸੁਰਦੇਵ, ਦੇਵਤੇ ਜਾਂ ਦਾ ਮੁਖੀ ਦੇਵਤਾ ਇੰਦਰ, ਕਹਿੰਦੇ ਉਹ ਵੀ ਉਹਨਾਂ ਦੀ ਸੰਗਤ ਨੂੰ ਮੰਗਣ ਡਿਆ ਪਰਮੇਸ਼ਰ ਦੇ ਕੋਲੋਂ। ਅਮੋਗ ਦਰਸ ਸਫਲ ਤਾਂ ਕੀ ਸੇਵ, ਅਮੋਗ ਦਰਸ਼ਨ, ਅਮੋਗ ਕਹਿੰਦੇ ਨੇ ਕਦੀ ਵੀ ਵਿਅਰਥ ਨਾ ਜਾਣ ਵਾਲੇ, ਜਿਹੜੇ ਸਭ ਤੋਂ ਉੱਚੇ ਤੇ ਸੁੱਚੇ ਨੇ, ਕਦੀ ਵੀ ਵਿਅਰਥ ਜਾਣ ਵਾਲੇ ਨੇ। ਕਹਿੰਦੇ ਉਹ ਸੰਤਾਂ ਦਾ ਦਰਸ਼ਨ ਜਿਹੜਾ ਹੈ ਇਸ ਤਰ੍ਹਾਂ ਦਾ ਕਦੀ ਵਿਅਰਥ ਨਹੀਂ ਜਾਂਦਾ, ਕਦੀ ਵੀ ਵਿਅਰਥ ਨਹੀਂ ਜਾਂਦਾ। ਇਸ ਕਾਰਨ ਕਰਕੇ ਕਹਿੰਦੇ ਨੇ ਤੇ ਉਹਨਾਂ ਦੀ ਜਿਹੜੀ ਸੇਵਾ ਕੀਤੀ ਜਾਂਦੀ ਉਹ ਵੀ ਪਰਮੇਸ਼ਰ ਦੇ ਦੁਆਰ ਦੇ ਉੱਤੇ ਸਫਲ ਹੁੰਦੀ ਹੈ। ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤ ਹੈ ਟਹਿਲ ਦੀਜੈ ਗੁਣ ਤਾਸ। ਭਾਈ ਹੱਥ ਜੋੜ ਕੇ ਪਰਮੇਸ਼ਰ ਦੇ ਅੱਗੇ ਅਰਦਾਸਾਂ ਬੇਨਤੀਆਂ ਉਹ ਵੀ ਕਰਦੇ ਹਨ ਤੇ ਆਪਾਂ ਵੀ ਕਰੀਏ ਕਿ ਮੈਨੂੰ ਉਹ ਮਹਾਤਮਾ ਜਿਨ੍ਹਾਂ ਦੀ ਸੇਵਾ ਟਹਿਲ ਸੇਵਾ ਦੀ ਦਾਤ ਬਖਸ਼ਿਸ਼ ਕਰ ਦੇਵੋ।
परमात्मा जीओ सानू ਉਹ ਦਾਤ ਬਖਸ਼ਿਸ਼ ਕਰ ਦੇਵੋ ਜੀ। ਇਹ ਅੱਜ ਦਾ ਅਧਿਆਇ ਏਡਾ ਹੀ ਹੈ। ਮੇਰਾ ਖਿਆਲ 2 ਮਿੰਟ ਹੋਰ ਚਾਰ ਰਹਿੰਦੇ ਨੇ, ਉਹਨਾਂ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ। ਜਦੋਂ ਤੁਸੀਂ ਇਹ ਮਾਰਗ ਦੇ ਉੱਤੇ ਆਪਾਂ ਚੱਲਦੇ ਹਾਂ ਭਾਈ, ਬੇਪਰਵਾਹ ਬਣਨਾ ਪੈਂਦਾ। ਹੁਣ ਅਸੀਂ ਇਸ ਰਾਹ ਦੇ ਉੱਤੇ ਸਤਿਗੁਰਾਂ ਨੇ ਤੋਰਿਆ ਹੋਇਆ ਕਾਰਨ ਕਰਕੇ ਇੱਕ ਬੇਨਤੀ ਕਰੀਏ ਆਪ ਜੀ ਦੇ ਕੋਲ ਕਿ ਜਦੋਂ ਕਈ ਸਾਡੇ ਨਾਲ ਜੁੜਦੇ ਨੇ, ਕਈ ਸਾਡੇ ਨਾਲ ਟੁੱਟਦੇ ਨੇ, ਪਰ ਅਸੀਂ ਅੱਜ ਤੱਕ ਕਿਸੇ ਨੂੰ ਮਾੜਾ ਸ਼ਬਦ ਨਹੀਂ ਆਖਿਆ, ਮਾੜੇ ਵਿਚਾਰ ਨਹੀਂ ਕਿਸੇ ਨੂੰ ਦਿੱਤੇ। ਉਹਨਾਂ ਦੀ ਉਸਤਤ ਵਡਿਆਈ ਤੇ ਉਹਨਾਂ ਦੀ ਸ਼ੋਭਾ ਵਾਸਤੇ ਹੀ ਉਹਨਾਂ ਨੂੰ ਕੋਈ ਗਿਆਨ ਦਿੱਤਾ ਹੋਵੇਗਾ। ਪਰ ਜਾਣੀ ਕਿ ਜਦੋਂ ਪਰੇ ਹੋ ਜਾਂਦੇ ਨੇ, ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਸਾਡੇ ਅੰਦਰ ਗੁਰਸਿੱਖਾਂ ਦੇ ਭਾਈ ਇੱਕ ਬਹੁਤ ਵੱਡੀ ਬਲਾ ਆਣ ਕੇ ਖੜੀ ਦੀ ਜਾ ਰਹੀ ਹੈ, ਜਿੱਦਾਂ ਮਾਇਆ ਦਾ ਰੂਪ ਹੀ ਹੈ ਉਹ ਹੈ ਈਰਖਾ। ਅਸੀਂ ਈਰਖਾ ਆਪਣਿਆਂ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਆਪਣਿਆਂ ਦੇ ਨਾਲ ਈਰਖਾ ਕਰਨ ਲੱਗ ਪਏ, ਜਿਹਦੇ ਨਾਲ ਤੁਸੀਂ ਈਰਖਾ ਕਰਦੇ ਹੋ ਉਹਦਾ ਕੁਝ ਨਹੀਂ ਵਿਗੜਨਾ, ਤੁਹਾਨੂੰ ਜ਼ਰੂਰ ਕੋਈ ਨਾ ਕੋਈ ਰੋਗ ਲੱਗ ਜਾਣਾ। ਇਸ ਕਾਰਨ ਕਰਕੇ ਪਰਮੇਸ਼ਰ ਉੱਤੇ ਪੂਰਨ ਭਰੋਸਾ ਰੱਖ ਕੇ, ਕਈ ਵਾਰ ਵਚਨ ਸਟੇਜ ਤੋਂ ਸੁਣਾਇਆ ਕਿ ਭਰੋਸਾ ਪੂਰਾ ਵੱਜਦਾ ਨਹੀਂ, ਪਰ ਜੇ ਭਰੋਸਾ ਵੱਜ ਜਾਵੇ ਨਾ, ਫਿਰ ਜਿਹੜਾ ਜੀਵ ਆ ਉਹ ਵੀ ਬੇਪਰਵਾਹ ਬਣ ਜਾਂਦਾ, ਕਿਉਂਕਿ ਉਹਨੂੰ ਗੁਰੂ ਦਾ ਸੰਗ ਹਰ ਵੇਲੇ ਪ੍ਰਾਪਤ ਰਹਿੰਦਾ ਹੈ। ਲੋਕ ਕਮਾਈ ਕਰਦੇ ਨੇ, ਉਹਦੀ ਪ੍ਰਦਰਸ਼ਨੀ ਲਾਉਂਦੇ ਨੇ ਕਿ ਮੈਂ ਭਾਈ ਇੰਨੀ ਕਮਾਈ ਕਰਦਾ, ਇੰਨੇ ਘੰਟੇ ਰੋਜ਼। ਮੈਂ ਇੱਕੋ ਗੱਲ ਕਹਿਣਾ ਹੁੰਦਾ, ਗੁਰਮੁਖੋ ਤੁਸੀਂ ਨਹੀਂ ਕਰਦੇ, ਉਹ ਤੁਹਾਤੋਂ ਕਰਵਾ ਰਿਹਾ ਤੇ ਤੁਸੀਂ ਕਰਦੇ ਹੋ। ਸੋ ਸਿਮਰੇ ਜਿਸ ਆਪ ਸਿਮਰਾਏ, ਪ੍ਰਦਰਸ਼ਨੀ ਨਾ ਲਾਓ। ਨਾਮਾਂ ਦੇ ਵਿੱਚ ਕੁਛ ਨਹੀਂ ਰੱਖਿਆ, ਤਖਲਸਾਂ ਦੇ ਵਿੱਚ ਕੁਛ ਨਹੀਂ ਰੱਖਿਆ ਹੋਇਆ। ਇਸ ਸੰਸਾਰ ਤੋਂ ਜਿੱਦਣ ਜਾਣਾ ਤਖਲਸਾਂ ਨਾਲ ਵੀ ਕੁਛ ਨਹੀਂ ਸਾਡਾ ਸਵਾਰਨਾ। ਇਸ ਕਰਕੇ ਈਰਖਾ ਛੱਡ ਕੇ ਹਰ ਇੱਕ ਦੇ ਅੰਦਰ ਪ੍ਰਮਾਤਮਾ ਨੂੰ ਜਾਣੋ। ਇਹਦੇ ਉੱਤੇ ਬੜਾ ਕੁਝ ਬੋਲਿਆ ਜਾ ਸਕਦਾ। ਇਹ ਤੋਂ ਬਾਅਦ ਕੁਛ ਅਧਿਆਇ ਤੋਂ ਬਾਅਦ ਇੱਕ ਅਧਿਆਇ ਆਏਗਾ। ਗੁਰੂ ਕੀ ਸੰਗਤ ਵਾਰ-ਵਾਰ ਇਹ ਚੀਜ਼ ਦੇ ਉੱਤੇ ਬਹੁਤ ਜ਼ੋਰ ਪਾ ਰਹੀ ਹੈ ਵੀ ਜਿਹੜਾ ਸਿਮਰਨ ਹੈ ਕਿੱਥੇ ਕਿਹੜੇ ਰੂਪ ਦੇ ਵਿੱਚ ਕਰਨਾ ਚਾਹੀਦਾ, ਕਿੱਥੇ ਮਨ ਨੂੰ ਟਿਕਾਉਣਾ ਚਾਹੀਦਾ। ਅਸੀਂ ਗਿਆਨ ਦੇ ਦਾਂਗੇ, ਤੁਹਾਡੇ ਨਾਲ ਸਾਂਝ ਪਾ ਲਵਾਂਗੇ ਜੋ ਸਾਨੂੰ ਬਖਸ਼ਿਸ਼ ਕੀਤਾ ਪਰਮੇਸ਼ਰ ਜੀ ਨੇ। ਅੱਜ ਪਰਮੇਸ਼ਰ ਤੇ ਭਰੋਸਾ ਰੱਖ ਕੇ, ਪਰਮੇਸ਼ਰ ਤੋਂ ਡਰ ਕੇ, ਪਰਮੇਸ਼ਰ ਦੇ ਭੈ ਭਾਵਨੀ ਦੇ ਵਿੱਚ ਰਹਿੰਦੇ ਹੋਏ ਇਹ ਗੱਲ ਆਖ ਸਕਦੇ ਹਾਂ ਕਿ ਉਹ ਅਕਾਲ ਪੁਰਖ ਤੇ ਤੁਹਾਡੀ ਸੰਗਤ ਦੀ ਬਹੁਤ ਵੱਡੀ ਕਿਰਪਾ ਸਾਡੇ ਉੱਤੇ। ਜਿਸ ਮਾਰਗ ਦੇ ਉੱਤੇ ਅਸੀਂ ਚੱਲ ਰਹੇ ਹਾਂ, ਉਹ ਮਾਰਗ ਦੇ ਉੱਤੇ ਚੱਲਦਿਆਂ ਬੜਾ ਕੁਛ ਪ੍ਰਾਪਤ ਹੋਇਆ। ਬੜਾ ਕੁਛ ਤਾਂ ਨਹੀਂ, ਸਭ ਕੁਛ ਹੀ ਪ੍ਰਾਪਤ ਹੋ ਗਿਆ। हे ਅਕਾਲ ਪੁਰਖ ਵਾਹਿਗੁਰੂ, ਦਇਆ ਕਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਵੀਂ। ਅਸੀਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦੇ ਹੁੰਦੇ ਹਾਂ ਭਾਈ, ਇਹ ਸੇਵਾ ਜਿਹੜੀ ਅਸੀਂ ਸਾਡੇ ਕੋਲੋਂ ਗੁਰੂ ਕਰਵਾ ਰਿਹਾ, ਅਸੀਂ ਤੁਹਾਡੀ ਸੇਵਾ ਤੁਹਾਨੂੰ ਗੁਰੂ ਰੂਪ ਕਰਕੇ ਜਾਣ ਕੇ ਕਰਦੇ ਹਾਂ। ਕਿਰਪਾ ਕਰਿਆ ਕਰੋ। ਇਹ ਜਿਹੜੀ ਕਥਾ ਜੇ ਤੁਹਾਡੇ ਕੋਲ ਨਹੀਂ ਹੈ ਟਾਈਮ ਸੁਣਨ ਦਾ, ਨਾ ਸੁਣੋ, ਪਰ ਕਿਸੇ ਹੋਰ ਨੂੰ ਭੇਜ ਦਿਆ ਕਰੋ। ਪਰ ਮੈਨੂੰ ਇਦੋਂ ਚੀਜ਼ ਦਾ ਪੂਰਾ ਗਿਆਨ ਹੈ ਕਿ ਭੇਜਦੇ ਵੀ ਕਾਫੀ ਨੇ, ਤੇ ਜਿਹੜੇ ਨਹੀਂ ਭੇਜਦੇ ਉਹ ਮੇਰੇ ਸਭ ਤੋਂ ਜ਼ਿਆਦਾ ਕਰੀਬ ਵਾਲੇ ਬੰਦੇ ਨੇ, ਜਿਹੜੇ ਗਾਹਾਂ ਨਹੀਂ ਭੇਜਦੇ। ਤੇ ਜਿਹੜੇ ਨਹੀਂ ਸੁਣਦੇ ਉਹ ਵੀ ਮੇਰੇ ਬਹੁਤ ਕਰੀਬ ਨੇ। ਜਿਹੜੇ ਕੱਲ ਮੈਨੂੰ ਕਿਸੇ ਹੋਰ ਰੂਪ 'ਚ ਜਾਣਦੇ ਸੀ, ਅੱਜ ਉਹ ਕਿਸੇ ਹੋਰ ਰੂਪ ਦੇ ਵਿੱਚ ਜਾਣਦੇ ਨੇ। ਮੈਂ ਉਹੀ ਅਮਰੀਕ ਸਿੰਘ ਉਹੀ ਰਹਿਣਾ। ਐਸ ਤੁਹਾਡੇ ਚਰਨਾਂ ਦੀ ਧੂੜ ਲੈਣ ਵਾਲਾ, ਤੁਹਾਡੇ ਚਰਨਾਂ ਦਾ ਭੋਰਾ, ਤੁਹਾਡੀ ਸੰਗਤ ਦਾ ਭੁੱਖਾ। ਇਸ ਕਰਕੇ ਤੁਸੀਂ ਜੇ ਆਪ ਨਹੀਂ ਸੁਣਨੀ ਚਾਹੁੰਦੇ, ਕੋਈ ਨਹੀਂ, ਫਿਰ ਕੀ ਹੋਇਆ? ਤੁਸੀਂ ਸਾਡੇ ਨਾਲੋਂ ਬਹੁਤ ਜ਼ਿਆਦਾ ਗਿਆਨਵਾਨ ਹੋ, ਪਰ ਦੂਸਰਿਆਂ ਨੂੰ ਭੇਜ ਦਿਆ ਕਰੋ। ਸਾਡੇ ਆਪ ਜੀ ਦੇ ਮੂਹਰੇ ਇਹ ਹੱਥ ਮੰਨ ਕੇ ਬੇਨਤੀ ਹੈ, ਪ੍ਰਵਾਨ ਕਰ ਲਿਆ ਕਰੋ, ਈਰਖਾ ਨਾ ਕਰਿਆ ਕਰੋ। ਬਸ ਮਨ ਦੇ ਵਿੱਚ ਕ੍ਰੋਧ ਨਾ ਆਉਣ ਦਿਆ ਕਰੋ ਕਿਸੇ ਵੀ ਚੀਜ਼ ਦਾ। ਈਰਖਾ ਕਰੋਗੇ, ਭਾਰੀ ਦੁੱਖਾਂ ਦੇ ਤੁਸੀਂ ਭਾਗੀ ਬਣ ਜਾਵੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।